ਜੇ ਅਸੀਂ ਕਹਿੰਦੇ ਹਾਂ ਭਗਤੀ ਕਰ ਰਹੇ ਹਾਂ, ਜੇ ਅਸੀਂ ਭਗਤ ਹਾਂ ਤਾਂ ਫਿਰ ਉਹ ਸਾਰੀਆਂ ਗੱਲਾਂ ਸੰਬੰਧਿਤ ਹਨ ਭਗਤੀ ਦੇ ਨਾਲ। ਹਾਲੇਲੂਇਆ। ਜੇ ਸਾਡੀ ਭਗਤੀ ਠੀਕ ਹੈ ਤੇ ਸਮਝੋ ਕਿ ਅਸੀਂ ਸੱਚਮੁੱਚ ਹੀ ਸਹੀ ਭਗਤ ਹਾਂ। ਹਾਲੇਲੂਇਆ। ਜੇ ਭਗਤੀ ਨਹੀਂ ਚੱਲ ਰਹੀ ਤੇ ਫਿਰ ਤੋਂ ਸਮਝੋ ਫਾਰਮੈਲਿਟੀ ਵਾਲਾ ਹੀ ਕੰਮ ਹੋ ਰਿਹਾ। ਹਾਲੇਲੂਇਆ। ਤਕਰੀਬਨ ਕੀ ਹੈ ਕਿ ਸਾਡੀ ਸਾਰੇ ਦੀ ਜ਼ਿੰਮੇਵਾਰੀ ਹੈ, ਕਿਉਂਕਿ ਮੈਂ ਤੁਹਾਨੂੰ ਨਹੀਂ ਚਲਾ ਸਕਦਾ, ਤੁਸੀਂ ਮੈਨੂੰ ਨਹੀਂ ਚਲਾ ਸਕਦੇ, ਤੇ ਅਸੀਂ ਸਾਰੇ ਹੀ ਮਿਲ ਕੇ ਕੰਮ ਕਰ ਸਕਦੇ ਹਾਂ। ਕਿਉਂਕਿ ਸਾਡੇ ਸਾਹਮਣੇ ਸਾਡੇ ਬੱਚੇ ਹਨ, ਸਾਡੇ ਸਾਹਮਣੇ ਨਵੀਂ ਜਨਰੇਸ਼ਨ ਹੈ। ਕਿਉਂਕਿ ਅਸੀਂ ਜੇ ਬੱਚਿਆਂ ਨੂੰ ਕੁਝ ਜਿਹਾ ਮਾਹੌਲ ਦਵਾਂਗੇ, ਐਸਾ ਹੀ ਮਾਹੌਲ ਦੇ ਵਿੱਚ ਉਹ ਬਣਦੇ ਜਾਣਗੇ। ਹਾਲੇਲੂਇਆ। ਤਾਂ ਮੈਂ ਚਾਹਤਾ ਹਾਂ ਕਿ ਅਸੀਂ ਆਉਣ ਵਾਲੀ ਜਨਰੇਸ਼ਨ ਦੇ ਸਾਹਮਣੇ ਇੱਕ ਵਧੀਆ ਕੰਮ ਕਰੀਏ। ਹਾਲੇਲੂਇਆ। ਵਧੀਆ ਨਮੂਨਾ ਦਈਏ ਤੇ ਇਹ ਸਾਰਾ ਕੁਝ ਤਾਂ ਹੀ ਹੋਵੇਗਾ ਜੇ ਅਸੀਂ ਭਗਤੀ ਕਰਾਂਗੇ। ਹਾਲੇਲੂਇਆ। ਕਿ ਜਿਵੇਂ ਅਸੀਂ ਕਦੇ ਘਰਾਂ 'ਚ ਨਹੀਂ ਸਾਦੇ, ਕਿਸੇ ਨੂੰ ਬੁਲਾਉਂਦੇ ਨਹੀਂ, ਬਸ ਉਹ ਆਏ ਐਤਵਾਰ ਨੂੰ ਬਸ ਇਹੀ ਕੰਮ ਕੀਤਾ, ਕਿਸੇ ਨਾਲ ਮੁਲਾਕਾਤ ਨਹੀਂ ਹੋਈ, ਕੁਝ ਵੀ ਨਹੀਂ ਹੁੰਦਾ। ਹਾਲੇਲੂਇਆ। ਮੈਂ ਚਾਹੁੰਦਾ ਹਾਂ ਕਿ ਇਹ ਕੰਮ ਸ਼ੁਰੂ ਕੀਤਾ ਜਾਏ। ਕੰਮ ਸ਼ੁਰੂ ਮੈਂ ਨਹੀਂ ਕਰਨਾ ਬਲਕਿ ਤੁਸੀਂ ਕਰਨਾ। ਹਾਲੇਲੂਇਆ। ਤਕਰੀਬਨ ਕੀ ਹੈ, ਘਰਾਂ 'ਚ ਛੋਟੀਆਂ ਮੀਟਿੰਗਾਂ ਕਰਾਈਆਂ ਜਾਣ, ਘਰਾਂ 'ਚ ਸੱਦਿਆ ਜਾਏ, ਕਿਤੇ ਪ੍ਰਾਰਥਨਾ ਹੋਵੇ, ਕਿਤੇ ਜਾ ਕੇ ਕੁਝ ਤੋਂ ਕੁਝ ਹੋ ਸਕਦਾ ਹੈ, ਮੁਲਾਕਾਤ ਕੀਤੀਆਂ ਜਾਣ। ਹਾਲੇਲੂਇਆ। ਮੈਂ ਸੋਚਦਾ ਕਿ ਜੇ ਤੁਸੀਂ ਉਸ ਜਗ੍ਹਾ ਤੇ ਇਕੱਲੇ ਹੋ, ਕੋਈ ਉੱਥੇ ਇਕੱਲਾ ਹੈ, ਕੋਈ ਉੱਥੇ ਇਕੱਲਾ ਹੈ, ਐਤਵਾਰ ਦੇ ਐਤਵਾਰ ਤੁਸੀਂ ਮਿਲ ਰਹੇ ਹੋ, ਤੇ ਇਹਦਾ ਮਤਲਬ ਜਿਹੜਾ ਇਕੱਲਾ ਹੈ ਉਹ ਸਮਝੋ ਇਕੱਲਾ ਹੀ ਹੈ, ਉਹ ਤੇ ਕਮਜ਼ੋਰ ਹੀ ਹੈ। ਹਾਲੇਲੂਇਆ। ਤੇ ਦਿਨੋਂ ਦਿਨ ਕੀ ਅਸੀਂ ਕਮਜ਼ੋਰ ਹੁੰਦੇ ਜਾ ਰਹੇ ਹਾਂ, ਤੇ ਇਹਦਾ ਮਤਲਬ ਕਿ ਸਾਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ। ਤੇ ਜ਼ਰੂਰ ਹੈ ਇੱਕ ਦੂਜੇ ਨੂੰ ਸੱਦੋ, ਆਪਣੇ ਘਰਾਂ 'ਚ ਸੱਦੋ। ਜਿਵੇਂ ਕਿ ਮੈਂ ਸੋਚਦਾ ਹਾਂ ਕਿ ਰਿਹਾੜੀ ਵੀ ਲਾ ਸਕਦੇ ਹਾਂ ਭਾਈ ਵਿਲੀਅਮ ਹੁਣਾਂ ਦੇ ਘਰ। ਹਾਲੇਲੂਇਆ। ਤਕਰੀਬਨ ਕੁਝ ਵੀ ਹੈ, ਮੀਟਿੰਗ ਕਰਾਈ ਜਾ ਸਕਦੀ ਹੈ, ਘਰ ਬਣ ਗਿਆ ਹੈ ਤੇ ਬੰਦਗੀ ਕਰਾਈ ਜਾ ਸਕਦੀ ਹੈ। ਵੱਡੀ ਵੀ ਬੰਦਗੀ ਨਾ ਕਰਾਈ ਜਾਏ, ਛੋਟੀ ਮੀਟਿੰਗ ਹੋ ਸਕਦੀ ਹੈ। ਹਾਲੇਲੂਇਆ। ਜਾਂ ਹੋਰ ਭੈਣਾਂ ਹਨ ਜਿਹੜੀਆਂ ਕਿ ਛੋਟੀ ਬੰਦਗੀਆਂ ਕਰਵਾ ਸਕਦੀਆਂ ਹਨ, ਕਿ ਜਿਹਦੇ ਨਾਲ ਕੀ ਹੈ ਤੁਹਾਨੂੰ ਤਾਜ਼ਗੀ ਮਿਲ ਸਕੇ। ਹਾਲੇਲੂਇਆ। ਤੇ ਇਸ ਤਰ੍ਹਾਂ ਕਰਕੇ ਹੀ ਅਸੀਂ ਕੁਝ ਤੋਂ ਕੁਝ ਕਰ ਸਕਦੇ ਹਾਂ। ਤਾਂ ਜ਼ਰੂਰ ਹੀ ਤੁਸੀਂ ਇਹਨਾਂ ਦਿਨਾਂ ਦੇ ਅੰਦਰ ਕੁਝ ਤੋਂ ਕੁਝ ਕਰੋ। ਹਾਲੇਲੂਇਆ। ਤਾਂ ਪ੍ਰਭੂ ਤੁਹਾਨੂੰ ਬਹੁਤ ਸਾਰੀ ਬਰਕਤ ਦੇ। ਜਾਨੀ ਕਿਤੇ ਪ੍ਰਾਰਥਨਾ 'ਚ ਬੈਠਾ ਜਾਏ, ਕਿਤੇ ਬੰਦਗੀ ਕਰਾਈ ਜਾਏ, ਜਾਨੀ ਇੱਕ ਦੂਜੇ ਨਾਲ ਆਪਸ 'ਚ ਮਿਲਿਆ ਜਾਏ। ਆਮੀਨ। ਤਾਂ ਕਿ ਫਿਰ ਐਤਵਾਰ ਦਾ ਦਿਨ ਫਿਰ ਅਸੀਂ ਹੋਰ ਜ਼ਿਆਦਾ ਤਰੋਤਾਜ਼ਾ ਹੋ ਸਕਾਂਗੇ। ਇਹਦੇ ਨਾਲ ਕੀ ਹੈ, ਫਿਰ ਹੋਰ ਭਗਤੀ ਦੇ ਨਾਲ ਬਹੁਤ ਸਾਰੀ ਸੰਬੰਧਿਤ ਚੀਜ਼ਾਂ। ਹਾਲੇਲੂਇਆ। ਤੁਸੀਂ ਜਾਣਦੇ ਹੋ ਸਭ ਤੋਂ ਵੱਡੀ ਕਮੀ ਜਿਹੜੀ ਹੈ ਉਹ ਦਾਨ ਦੀ ਕਮੀ ਹੈ। ਹਾਲੇਲੂਇਆ। ਦਾਨ ਦੀ ਕਮੀ ਹੈ। ਤੁਹਾਨੂੰ ਨਹੀਂ ਲੱਗਦਾ ਕਿ ਦਾਨ ਦੀ ਕਮੀ ਹੈ? ਬਸ ਆ ਗਏ ਤੇ ਐਤਵਾਰ ਦੇ ਐਤਵਾਰ ਆਪਣਾ ਉਹੀ 10 ਰੁਪਏ ਪਾ ਕੇ ਜਾਂ ਕੁਝ ਵੀ ਇਸ ਤਰ੍ਹਾਂ ਕਰਕੇ ਤੇ ਆਪਾਂ ਘਰ ਨੂੰ ਚਲੇ ਜਾਂਦੇ ਹਾਂ ਤੇ ਬਸ ਕੰਮ ਮੁੱਕ ਗਿਆ। ਨਹੀਂ ਹੈ, ਇਸ ਤਰ੍ਹਾਂ ਨਹੀਂ ਹੈ। ਹਾਲੇਲੂਇਆ। ਬਲਕਿ ਕੋਈ ਕਲੀਸਿਆ ਦੀ ਜ਼ਿੰਮੇਵਾਰੀ ਹੈ, ਕਿਉਂਕਿ ਤੁਸੀਂ ਜਾਣਦੇ ਹੋ ਕੋਈ ਬਾਹਰੋਂ ਸੇਵਕ ਨਹੀਂ ਆ ਰਿਹਾ ਜਿਹਦੇ ਕਾਰਨ ਕੋਈ ਪ੍ਰਚਾਰ ਨਹੀਂ ਹੋ ਰਿਹਾ, ਕੋਈ ਗੱਲਬਾਤ ਨਹੀਂ ਹੋ ਰਹੀ। ਇਹ ਸਾਰਾ ਕੁਝ ਕਿਸ ਤਰ੍ਹਾਂ ਹੁੰਦਾ ਹੈ? ਦਾਨ ਦੇ ਨਾਲ ਹੁੰਦਾ ਹੈ। ਹਾਲੇਲੂਇਆ। ਪ੍ਰਚਾਰਕ ਜਿਹੜਾ ਹੈ, ਤੁਸੀਂ ਜਿੰਨੀ ਜ਼ਿਆਦਾ ਉਸ ਤੇ ਟੈਨਸ਼ਨ ਪਾਉਂਦੇ ਹੋ, ਜਿੰਨਾ ਬੋਝ ਪਾਉਂਦੇ ਹੋ, ਤੇ ਫਿਰ ਉਹ ਪਰੇਸ਼ਾਨੀ 'ਚ ਰਹੇਗਾ। ਹਾਲੇਲੂਇਆ। ਤੁਸੀਂ ਜਾਣਦੇ ਇਸੇ ਕਾਰਨ ਹੀ ਬਾਈਬਲ 'ਚ ਲਿਖਿਆ ਹੈ, ਮੋਦੀ ਖਾਨੇ 'ਚ ਆਪਣੇ ਦਾਨ ਲੈ ਕੇ ਆਓ ਤਾਂ ਕਿ ਖਾਣਾ ਹੋ ਸਕੇ। ਹਾਲੇਲੂਇਆ। ਜੇ ਮੋਦੀ ਖਾਨਾ ਹੀ ਖਾਲੀ ਹੈ, ਜੇ ਤੁਸੀਂ ਉਸ ਜਗ੍ਹਾ ਦੇ ਉੱਤੇ ਹੀ ਪ੍ਰੈਸ਼ਰ ਰੱਖੇਦਾ ਹੈ, ਫਿਰ ਤੁਹਾਨੂੰ ਕਦੇ ਵੀ ਸ਼ਾਂਤੀ ਮਿਲ ਹੀ ਨਹੀਂ ਸਕਦੀ। ਕਿਉਂਕਿ ਹਮੇਸ਼ਾ ਸ਼ਾਂਤੀ ਕਿੱਥੋਂ ਮਿਲਣੀ ਹੈ? ਆਨੰਦ ਕਿੱਥੋਂ ਮਿਲਣਾ ਹੈ? ਕਿਉਂਕਿ ਵਚਨ ਹੀ ਜਦੋਂ ਆਉਂਦਾ ਹੈ ਤਾਂ ਵਚਨ ਹੀ ਆਨੰਦ ਦਿੰਦਾ ਹੈ। ਹਾਲੇਲੂਇਆ। ਕਿਉਂਕਿ ਵਚਨ ਦੇ ਨਾਲ ਹੀ ਹਰ ਇੱਕ ਨੂੰ ਬਰਕਤ ਮਿਲਣੀ ਹੈ। ਕਿਉਂਕਿ ਜੇ ਜਿਹੜਾ ਵਚਨ ਦੇਣ ਵਾਲਾ ਹੈ ਜਾਂ ਉਹਦੇ ਉੱਤੇ ਕੋਈ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ। ਹਾਲੇਲੂਇਆ। ਪਰ ਤਕਰੀਬਨ ਅਸੀਂ ਦੇਖਦੇ ਹਾਂ, ਚਲੋ ਮੇਰੀ ਤਾਂ ਉਮਰ ਸਾਰੀ ਲੰਘਦੀ ਹੈ ਇਹਨਾਂ ਚੱਕਰਾਂ 'ਚ ਹੀ। ਹਾਲੇਲੂਇਆ। ਕਿਉਂਕਿ ਪਰੇਸ਼ਾਨੀਆਂ ਦਾ ਦੌਰ ਹੀ ਇਸ ਤਰ੍ਹਾਂ ਦਾ ਸੀ ਕਿ ਅੱਜ ਤੱਕ ਚੱਲਦਾ ਹੈ ਤਾਂ ਮੈਂ ਮੁਕਾਬਲਾ ਕਰਦਾ ਰਹਿੰਦਾ। ਆਉਣ ਵਾਲੇ ਦਿਨਾਂ 'ਚ ਜਦੋਂ ਨਵੇਂ ਸੇਵਕ ਆਉਣਗੇ ਉਹਨਾਂ ਦੇ ਲਈ ਮੁਸ਼ਕਲ ਹੈ। ਹਾਲੇਲੂਇਆ। ਚਲੋ ਮੈਂ ਤਾਂ ਮਿਹਨਤ ਕਰਦਾ ਹਾਂ, ਪਰ ਆਉਣ ਵਾਲੇ ਸੇਵਕ ਲੱਗਦਾ ਹੋ ਸਕਦਾ ਸੇਵਾ ਹੀ ਕਰਨ। ਉਹਨਾਂ ਕੋਲ ਕੰਮ ਦੀ ਯੋਜਨਾ ਹੋਏ ਤਾਂ ਉਹ ਤਾਂ ਮੇਰਾ ਖਿਆਲ ਉਹ ਭੁੱਖਾ ਮਰ ਜਾਏਗਾ। ਤੇ ਬਿਲਕੁਲ ਇਸ ਤਰ੍ਹਾਂ ਨਹੀਂ ਹੈ। ਕਿ ਜ਼ਰੂਰ ਹੈ ਕਿ ਆਪਾਂ ਕੀ ਕਰੀਏ, ਕਿਉਂਕਿ ਜੇ ਬਾਈਬਲ ਨੂੰ ਪੜੋ ਤਾਂ ਬਾਈਬਲ ਦੇ ਅੰਦਰ ਕਲੀਸਿਆ ਦੀ ਜ਼ਿੰਮੇਵਾਰੀ ਹੈ, ਸੇਵਕ ਦੀ ਆਪਣੀ ਜ਼ਿੰਮੇਵਾਰੀ ਹੈ। ਜਾਨੀ ਕਿ ਅਸੀਂ ਸਾਰੇ ਹੀ ਮਿਲ ਕੇ ਹੀ ਪ੍ਰਭੂ ਦਾ ਕੰਮ ਕਰਦੇ ਹਾਂ। ਆਮੀਨ। ਹਾਲੇਲੂਇਆ।
ਤੇ ਇਸ ਤਰ੍ਹਾਂ ਦੇ ਕੰਮ ਕਰੋ, ਆਪਣੇ ਬੱਚਿਆਂ ਨੂੰ ਸਿਖਾਓ। ਹਾਲੇਲੂਇਆ। ਕਿ ਸਾਡੀ ਕੋਈ ਕੀ ਹੈ, ਕੋਈ ਜ਼ਿੰਮੇਵਾਰੀ ਹੈ। ਹਾਲੇਲੂਇਆ। ਹੋਰ ਮੈਂ ਗੱਲ ਕਰਨਾ ਚਾਹਤਾ ਹਾਂ, ਕਈ ਵਾਰੀ ਅਸੀਂ ਆਪਣੇ ਸੇਵਕ ਦਾ ਨਾ ਤੇ ਆਪ ਆਦਰ ਕਰਦੇ ਹਾਂ ਤੇ ਨਾ ਹੀ ਕਦੇ ਬੱਚਿਆਂ ਨੂੰ ਸਿਖਾਉਂਦੇ ਹਾਂ। ਆਮੀਨ। ਹਾਲੇਲੂਇਆ। ਕਿਉਂਕਿ ਜੇ ਤੁਹਾਡੇ ਤੁਸੀਂ ਆਦਰ ਕਰੋਗੇ, ਆਪਣੇ ਬੱਚਿਆਂ ਨੂੰ ਸਿਖਾਓਗੇ, ਨਹੀਂ ਮੇਰਾ ਸੇਵਕ ਹੈ। ਮੈਂ ਆਪਣੇ ਜੰਮੂ ਦੀ ਗੱਲ ਕਰ ਰਿਹਾ ਹਾਂ। ਜੰਮੂ ਦੇ ਵਿੱਚ ਤੇ ਮੈਂ ਐਸਾ ਮਾਹੌਲ ਦੇਖਿਆ ਹੈ ਕਿ ਇਉਂ ਲੱਗਦਾ ਕਿ ਜਿਵੇਂ ਅਸੀਂ ਰਿਸ਼ਤੇਦਾਰੀ ਬਣ ਗਏ। ਹਾਲੇਲੂਇਆ। ਮੈਨੂੰ ਤੇ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਰਿਸ਼ਤੇਦਾਰੀ ਬਣ ਗਏ ਹਾਂ। ਹਾਲੇਲੂਇਆ। ਕਿਉਂਕਿ ਲੋਕਾਂ ਨੂੰ ਭੁੱਲ ਹੀ ਗਿਆ ਹੈ ਕਿ ਸੇਵਕ ਕੀ ਹੁੰਦਾ ਹੈ, ਕੋਈ ਇਉਂ ਹੁੰਦਾ ਹੈ ਜਿਸ ਤਰ੍ਹਾਂ ਰਿਸ਼ਤੇਦਾਰਾਂ ਨੂੰ ਮਿਲ ਰਿਹਾ। ਨਹੀਂ, ਇਸ ਤਰ੍ਹਾਂ ਨਹੀਂ ਹੈ, ਬਲਕਿ ਤੁਸੀਂ ਆਪਣੇ ਬੱਚਿਆਂ ਨੂੰ ਸਿਖਾਓ। ਹਾਲੇਲੂਇਆ। ਛੋਟਾ ਛੋਟਾ ਬੱਚਾ ਹੈ ਜਿਹੜਾ ਆ ਕੇ ਕਹਿੰਦਾ ਹੈ ਨਾਨਾ ਕਹਿ ਰਿਹਾ ਹੈ ਜਾਂ ਦਾਦਾ ਕਹਿ ਰਿਹਾ, ਕੁਝ ਵੀ ਕਹੀ ਜਾ ਰਿਹਾ ਹੈ, ਕਿਉਂਕਿ ਕਦੇ ਸਿਖਾ ਨਹੀਂ ਰਹੇ। ਤੁਸੀਂ ਬਸ ਰਿਸ਼ਤੇਦਾਰੀਆਂ ਬੰਨ ਦਿੱਤੀਆਂ ਗਈਆਂ, ਪਰ ਇਸ ਤਰ੍ਹਾਂ ਨਾ ਕਰੋ। ਆਪਣੇ ਬੱਚਿਆਂ ਨੂੰ ਸਿਖਾਓ ਕਿ ਇੱਕ ਸੇਵਕ ਹੈ, ਤਾਂ ਕਿ ਸੇਵਕ ਦਾ ਆਦਰ ਉਹਨਾਂ ਦੇ ਉੱਤੇ ਬਣਿਆ ਰਹੇ। ਜੇ ਤੁਸੀਂ ਉਹਨੂੰ ਕਹਿੰਦੇ ਕੋਈ ਨਾਨੂ ਹੈ ਤਾਂ ਉਹਨੂੰ ਤਾਂ ਪਤਾ ਹੈ ਨਾਨੂ ਹੈ, ਜੋ ਮਰਜ਼ੀ ਚੱਲੇਗਾ। ਪਰ ਜਦੋਂ ਉਹਨੂੰ ਪਤਾ ਹੈ ਕਿ ਸੇਵਕ ਹੈ, ਫਿਰ ਸੇਵਕ ਦੀ ਉਹ ਤਾੜਨਾ ਨੂੰ ਸਵੇਗਾ। ਆਪਣੇ ਬੱਚਿਆਂ ਨੂੰ ਸਿਖਾਓ ਇਹ ਗੱਲਾਂ। ਜਦੋਂ ਤੁਸੀਂ ਆਪਣੇ ਬੱਚਿਆਂ ਨੂੰ ਸਿਖਾਓਗੇ, ਪ੍ਰਭੂ ਤੁਹਾਨੂੰ ਬਰਕਤ ਦੇਵੇਗਾ। ਅਸੀਂ ਵਚਨ ਵੱਲ ਚੱਲਦੇ ਹਾਂ। ਹਾਲੇਲੂਇਆ। ਹਾਲੇਲੂਇਆ। ਪ੍ਰਭੂ ਤੁਹਾਨੂੰ ਬਰਕਤ ਦੇ, ਵਚਨ ਵੱਲ ਚੱਲਦੇ ਹਾਂ। ਠੀਕ ਹੈ ਜੀ, ਤੁਸੀਂ ਹਾਲੇਲੂਇਆ। आप लोग को बहुत सारी बरकत दे, बहुत सारी आशीष दे, आनंद हो। आमीन। हालेलुया। आज ਅਸੀਂ ਗੱਲ ਕਰਨ ਲੱਗੇ ਹਾਂ ਛੁਟਕਾਰੇ ਦੀ ਯੋਜਨਾ ਦੇ ਵਾਸਤੇ। ਹਾਲੇਲੂਇਆ। ਕਾਦੀ ਗੱਲ ਕਰ ਰਹੇ ਹਾਂ? ਛੁਟਕਾਰੇ ਦੀ ਯੋਜਨਾ। ਆਮੀਨ। ਹਾਲੇਲੂਇਆ। ਹੁਣ ਛੁਟਕਾਰੇ ਦੀ ਯੋਜਨਾ ਦੀ ਜਦੋਂ ਗੱਲ ਕੀਤੀ ਜਾਂਦੀ ਹੈ, ਛੁਟਕਾਰੇ ਦੀ ਯੋਜਨਾ ਕਿਹਦੀ ਸੀ? ਮੇਰੀ ਤੇ ਤੁਹਾਡੀ। ਆਮੀਨ। ਹਾਲੇਲੂਇਆ। ਹਾਲੇਲੂਇਆ। ਤਾਂ ਬਹੁਤ ਸਾਰੀ ਬਰਕਤ ਦੇ। ਛੁਟਕਾਰਾ ਕਿਹਨੂੰ ਚਾਹੀਦਾ ਸੀ? ਮੈਨੂੰ ਤੇ ਤੁਹਾਨੂੰ। ਆਮੀਨ। ਮੁਕਤੀ ਕਿਹਨੂੰ ਚਾਹੀਦੀ ਹੈ? ਆਮੀਨ। ਮੈਨੂੰ ਤੇ ਤੁਹਾਨੂੰ। ਆਮੀਨ। ਹਾਲੇਲੂਇਆ। ਪਰਮੇਸ਼ਵਰ ਨੂੰ ਛੁਟਕਾਰੇ ਦੀ ਲੋੜ ਨਹੀਂ ਸੀ। ਛੁਟਕਾਰੇ ਦੀ ਲੋੜ ਕਿਹਨੂੰ ਸੀ? ਮੈਨੂੰ ਤੇ ਤੁਹਾਨੂੰ। ਆਮੀਨ। ਹਾਲੇਲੂਇਆ। ਹਾਲੇਲੂਇਆ। ਤਾਂ ਬਹੁਤ ਸਾਰੀ ਬਰਕਤ ਦੇ, ਕਿਉਂਕਿ ਅਸੀਂ ਦੇਖਦੇ ਹਾਂ ਆਦਮ ਦੇ ਬਾਗ 'ਚ ਅੱਜ ਪਰਮੇਸ਼ਵਰ ਨੂੰ ਅਜਮਾਇਆ। ਹਾਲੇਲੂਇਆ। ਅਸੀਂ ਦੇਖਦੇ ਹਾਂ ਕਿ ਧਰਮ ਦਾ ਅਰਥ ਹੈ ਢੱਕਣਾ। ਹਾਲੇਲੂਇਆ। ਧਰਮ ਦਾ ਅਰਥ ਕੀ ਹੁੰਦਾ ਹੈ? ਢੱਕਣਾ, ਕਿਸੇ ਚੀਜ਼ ਨੂੰ ਢੱਕ ਲੈਣਾ। ਹਾਲੇਲੂਇਆ। ਅਸੀਂ ਦੇਖਦੇ ਹਾਂ ਆਦਮ ਦੇ ਬਾਗ ਦੇ ਅੰਦਰ ਆਦਮ ਨੇ ਆਪਣੇ ਆਪ ਨੂੰ ਢੱਕਣ ਦੀ ਕੋਸ਼ਿਸ਼ ਕੀਤੀ। ਹਾਲੇਲੂਇਆ। ਕਿਉਂਕਿ ਅਸੀਂ ਦੇਖਦੇ ਹਾਂ ਕਿ ਆਦਮ ਦੇ ਬਾਗ ਦੇ ਅੰਦਰ ਜਦੋਂ ਆਦਮ ਨੇ ਪਾਪ ਕਰ ਲਿਆ, ਚਾਹੀਦਾ ਕਿ ਇਹ ਸੀ ਕਿ ਉਹ ਸਾਹਮਣੇ ਆਉਂਦਾ, ਆਪਣੀ ਗਲਤੀ ਦਾ ਇਕਰਾਰ ਕਰਦਾ, ਪਾਪਾਂ ਨੂੰ ਮੰਨਦਾ। ਹਾਲੇਲੂਇਆ। ਬਲਕਿ ਆਦਮ ਨੇ ਇਹ ਕੰਮ ਤਾਂ ਕੀਤਾ ਨਹੀਂ, ਬਲਕਿ ਆਪਣੇ ਆਪ ਨੂੰ ਢੱਕ ਲਿਆ, ਲੁਕੋ ਲਿਆ। ਕਿਉਂਕਿ ਆਦਮ ਜਿਹੜਾ ਸੀ ਪਾਪ ਦੇ ਕਾਰਨ ਨੰਗਾ ਹੋ ਗਿਆ। ਹਾਲੇਲੂਇਆ। ਇਹਦਾ ਮਤਲਬ ਕੀ ਹੈ ਕਿ ਵੀ ਪਾਪ ਕਰਦਾ ਕੀ ਹੈ? ਪਾਪ ਜਿਹੜਾ ਹੈ ਉਹ ਆਦਮੀ ਨੂੰ ਨੰਗਾ ਕਰ ਦਿੰਦਾ ਹੈ। ਹਾਲੇਲੂਇਆ। ਤਾਂ ਚਾਹੀਦਾ ਤੇ ਇਹ ਸੀ ਕਿ ਉਹ ਆਪਣੇ ਨੰਗੇਜ ਨੂੰ ਦਿਖਾਉਂਦਾ। ਹਾਲੇਲੂਇਆ। ਕਿ ਪ੍ਰਭੂ ਨੂੰ ਦਿਖਾਉਂਦਾ ਕਿ ਪ੍ਰਭੂ ਤੂੰ ਮੈਨੂੰ ਢੱਕ ਦੇ, ਕਿਉਂਕਿ ਤੂੰ ਹੀ ਮੈਨੂੰ ਢੱਕ ਸਕਦਾ ਹੈ। ਹਾਲੇਲੂਇਆ। ਬਲਕਿ ਉਹ ਕੀ ਕਰ ਰਿਹਾ ਸੀ? ਉਹ ਝੂਠੀ ਧਾਰਮਿਕਤਾ ਦੇ ਨਾਲ ਉਹਨੇ ਆਪਣੇ ਆਪ ਨੂੰ ਲੁਕੋ ਲਿਆ। ਹਾਲੇਲੂਇਆ। ਅਸੀਂ ਦੇਖਦੇ ਹਾਂ ਆਦਮ ਨੇ ਆਪਣੇ ਤਰੀਕੇ ਅਪਣਾਏ। ਹਾਲੇਲੂਇਆ। ਅੱਜ ਇਸ ਤਰ੍ਹਾਂ ਦੀ ਗੱਲ ਹੈ ਕਿ ਲੋਕ ਢੱਕਣ ਦੇ ਵਾਸਤੇ ਕੀ ਹੈ, ਉਹ ਆਪਣੇ ਤਰੀਕੇ ਅਜਮਾਉਂਦੇ ਹਨ। ਹਾਲੇਲੂਇਆ। ਪਰ ਇਹ ਕੰਮ ਨਹੀਂ ਕਰਦਾ ਹੈ। ਹਾਲੇਲੂਇਆ। ਪਰਮੇਸ਼ਵਰ ਜਿਹੜਾ ਹੈ ਉਹ ਇੱਕੋ ਹੀ ਜਗ੍ਹਾ ਦੇ ਉੱਤੇ ਮਨੁੱਖ ਨੂੰ ਮਿਲਦਾ ਹੈ। ਹਾਲੇਲੂਇਆ। ਉਹ ਕਿਸੇ ਧਰਮ 'ਚ ਨਹੀਂ ਮਿਲਦਾ, ਕਿਸੇ ਸਿੱਖਿਆ 'ਚ ਨਹੀਂ ਮਿਲਦਾ, ਕਿਸੇ ਅਕੀਦੇ 'ਚ ਨਹੀਂ ਮਿਲਦਾ, ਕਿਸੇ ਮਨੁੱਖੀ ਧਰਮ 'ਚ ਉਹ ਨਹੀਂ ਮਿਲਦਾ ਹੈ।
ਹਾਲੇਲੂਇਆ। ਜੇ ਪਰਮੇਸ਼ਰ ਮਨੁੱਖ ਨੂੰ ਮਿਲਦਾ ਹੈ ਉਹ ਆਪਣੇ ਲਹੂ ਹੇਠ ਮਿਲਦਾ ਹੈ। ਹਾਲੇਲੂਇਆ। ਲਹੂ ਹੀ ਉਹ ਸਥਾਨ ਹੈ ਜਿੱਥੇ ਪਰਮੇਸ਼ਰ ਨੇ ਮਨੁੱਖਤਾ ਦੇ ਲਈ ਠਹਿਰਾਇਆ ਕਿ ਉਹ ਉਹਨਾਂ ਨਾਲ ਮੁਲਾਕਾਤ ਕਰੇ। ਜੇ ਪਰਮੇਸ਼ਰ ਕਿਸੇ ਨਾਲ ਮੁਲਾਕਾਤ ਕਰਦਾ ਹੈ ਤਾਂ ਉਹ ਜਗ੍ਹਾ ਕਿਹੜੀ ਹੈ? ਲਹੂ। ਹਾਲੇਲੂਇਆ। ਉਹ ਹਮੇਸ਼ਾ ਲਹੂ ਹੇਠ ਹੀ ਮੁਲਾਕਾਤ ਕਰਦਾ ਹੈ। ਹਾਲੇਲੂਇਆ। ਅਸੀਂ ਦੇਖਦੇ ਹਾਂ ਆਦਮ ਦੇ ਬਾਗ 'ਚ ਪਰਮੇਸ਼ਰ ਨੇ ਜਦੋਂ ਆਦਮ ਪਾਪ ਦੇ ਕਾਰਨ ਡਿੱਗਿਆ ਉਸ ਨੂੰ ਬਚਾਉਣ ਦੇ ਲਈ ਹਾਲੇਲੂਇਆ ਪਰਮੇਸ਼ਰ ਨੇ ਆਦਮ ਦੇ ਬਾਗ ਦੇ ਅੰਦਰ ਬੇਦੋਸ਼ੀ ਦਾ ਲਹੂ ਬਹਾਇਆ। ਉਸ ਦਾ ਲਹੂ ਬਹਾਇਆ ਜਿਸ ਨੇ ਕੋਈ ਪਾਪ ਨਹੀਂ ਸੀ ਕੀਤਾ। ਉਸ ਦਾ ਲਹੂ ਬਹਾਇਆ ਜਿਹੜਾ ਕਿ ਨਿਰਦੋਸ਼ ਸੀ। ਹਾਲੇਲੂਇਆ। ਉਸ ਨੇ ਆਦਮ ਦੇ ਛੁਟਕਾਰੇ ਵਾਸਤੇ ਇੱਕ ਰਾਹ ਕੱਢਿਆ। ਹਾਲੇਲੂਇਆ। ਪਰਮੇਸ਼ਰ ਨੇ ਆਦਮ ਦੇ ਬਾਗ 'ਚ ਜੋ ਫੈਸਲਾ ਲਿਆ ਉਹ ਅੱਜ ਤੱਕ ਉਸੇ ਫੈਸਲੇ ਤੇ ਕੰਮ ਕਰ ਰਿਹਾ ਹੈ। ਉਹਨੇ ਆਪਣਾ ਕਦੇ ਫੈਸਲਾ ਬਦਲਿਆ ਨਹੀਂ। ਉਹ ਉਸੇ ਜਿਹੜਾ ਆਦਮ ਦੇ ਬਾਗ 'ਚ ਉਸਨੇ ਫੈਸਲਾ ਲਿਆ ਸੀ ਅੱਜ ਤੱਕ ਉਸੇ ਫੈਸਲੇ ਤੇ ਉਹ ਕੰਮ ਕਰ ਰਿਹਾ ਹੈ। ਹਾਲੇਲੂਇਆ। ਕਿਉਂਕਿ ਪਰਮੇਸ਼ਰ ਜਿਹੜਾ ਹੈ ਉਹ ਕਦੇ ਆਪਣਾ ਫੈਸਲਾ ਬਦਲਦਾ ਨਹੀਂ ਹੈ। ਹਾਲੇਲੂਇਆ। ਹੋ ਸਕਦਾ ਹੈ ਸਾਡਾ ਧਰਮ ਵਧੀਆ ਹੋਵੇ, ਸਾਡੀ ਸਿੱਖਿਆ ਵਧੀਆ ਹੋਵੇ, ਇਹ ਸਭ ਵਧੀਆ ਹੈ, ਪਰ ਛੁਟਕਾਰਾ ਜਿਹੜਾ ਹੈ ਉਹ ਲਹੂ ਹੇਠ ਹੈ। ਹਾਲੇਲੂਇਆ। ਹਰ ਇੱਕ ਚੀਜ਼ ਤੁਹਾਡੇ ਕੋਲ ਵਧੀਆ ਹੋ ਸਕਦੀ ਹੈ, ਪਰ ਜੇ ਛੁਟਕਾਰੇ ਦੀ ਗੱਲ ਕਰੀਏ ਤੇ ਛੁਟਕਾਰਾ ਤੁਹਾਨੂੰ ਲਹੂ ਹੇਠ ਹੀ ਮਿਲਣਾ ਹੈ। ਹਾਲੇਲੂਇਆ। ਅੱਜ ਦੇ ਸੰਦੇਸ਼ ਦਾ ਨਾਮ ਹੈ ਕਿ ਵੀ ਪਰਮੇਸ਼ਰ ਨਿਆਂ ਤੋਂ ਪਹਿਲਾਂ ਚੇਤਾਵਨੀ ਦਿੰਦਾ ਹੈ। ਹਾਲੇਲੂਇਆ। ਪਰਮੇਸ਼ਰ ਕੀ ਕਰਦਾ ਹੈ? ਜਦੋਂ ਵੀ ਉਹ ਨਿਆਂ ਲਿਆਂਦਾ ਹੈ ਤੇ ਨਿਆਂ ਤੋਂ ਪਹਿਲਾਂ ਉਹ ਕੀ ਦਿੰਦਾ ਹੈ? ਪਹਿਲਾਂ ਚੇਤਾਵਨੀ ਦਿੰਦਾ ਹੈ। ਹਾਲੇਲੂਇਆ। ਇਸ ਤੋਂ ਪਹਿਲਾਂ ਖੁਦਾ ਕਿਸੇ ਬੰਦੇ ਨੂੰ ਉੱਪਰ ਮੌਤ ਲੈ ਕੇ ਆਵੇ, ਹਾਲੇਲੂਇਆ, ਜਾਂ ਕਿਸੇ ਬੰਦੇ ਨੂੰ ਉਹ ਨਾਸ਼ ਕਰੇ, ਪਹਿਲਾਂ ਖੁਦਾ ਉਸ ਨੂੰ ਚੇਤਾਵਨੀ ਦਿੰਦਾ। ਹਾਲੇਲੂਇਆ। ਹਰ ਇੱਕ ਦੇ ਨਾਲ ਇਸੇ ਤਰ੍ਹਾਂ ਹੀ ਹੈ। ਹਾਲੇਲੂਇਆ। ਅਸੀਂ ਦੇਖਦੇ ਹਾਂ ਕਿ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਬੰਦਾ ਬਿਨਾਂ ਚੇਤਾਵਨੀ ਦੇ ਮਰ ਗਿਆ। ਹਾਲੇਲੂਇਆ। ਤੁਸੀਂ ਕਿਸੇ ਬੰਦੇ ਲਈ ਇਹ ਨਹੀਂ ਕਹਿ ਸਕਦੇ ਕਿ ਇਹ ਬੰਦਾ ਜਿਹੜਾ ਹੈ ਬਿਨਾਂ ਚੇਤਾਵਨੀ ਦੇ ਨਹੀਂ ਮਰ ਗਿਆ ਹੈ। ਨਹੀਂ, ਇਸ ਤਰ੍ਹਾਂ ਨਹੀਂ ਹੈ। ਹਾਲੇਲੂਇਆ। ਪਰਮੇਸ਼ਰ ਕਦੇ ਇਸ ਤਰ੍ਹਾਂ ਨਹੀਂ ਕਰਦਾ, ਉਹ ਹਮੇਸ਼ਾ ਚੇਤਾਵਨੀ ਦਿੰਦਾ। ਹਾਲੇਲੂਇਆ। ਇਸ ਤਰ੍ਹਾਂ ਨਹੀਂ ਹੈ ਤੁਸੀਂ ਗਲਤੀ ਕਰ ਰਹੇ ਹੋ ਤਾਂ ਪਰਮੇਸ਼ਰ ਦੱਸੇ ਨਹੀਂ, ਉਹ ਦੱਸਦਾ ਹੈ, ਉਹ ਚੇਤਾਵਨੀ ਦਿੰਦਾ ਹੈ, ਕਿਉਂਕਿ ਉਹ ਨਿਆਈ ਪਰਮੇਸ਼ਰ ਹੈ। ਉਹਨੇ ਨਿਆਂ ਕਰਨਾ ਹੈ। ਉਹ ਨਿਆਂ ਇਸ ਤਰ੍ਹਾਂ ਨਹੀਂ ਕਰਦਾ ਹੈ, ਪਹਿਲਾਂ ਦੱਸਦਾ ਹੈ, ਪਹਿਲਾਂ ਚੇਤਾਵਨੀ ਦਿੰਦਾ ਹੈ, ਪਰ ਚੇਤਾਵਨੀ ਦਿੰਦਾ ਹੈ ਤਾਂ ਫਿਰ ਉਸ ਨੂੰ ਨਿਆਂ 'ਚ ਖੜਾ ਕਰਦਾ ਹੈ। ਹਾਲੇਲੂਇਆ। ਤੁਸੀਂ ਨਹੀਂ ਜਾਣਦੇ ਹੋ ਕਿ ਉਸ ਬੰਦੇ ਦੇ ਹਿਰਦੇ 'ਚ ਕੀ ਸੀ, ਤੁਸੀਂ ਨਹੀਂ ਜਾਣਦੇ ਹੋ ਕਿ ਉਸਦੇ ਜੀਵਨ 'ਚ ਕੀ ਚੱਲ ਰਿਹਾ ਸੀ, ਪਰ ਪਰਮੇਸ਼ਰ ਹਰ ਇੱਕ ਹਿਰਦੇ ਨੂੰ ਜਾਣਦਾ ਹੈ। ਹਾਲੇਲੂਇਆ। ਪਰਮੇਸ਼ਰ ਕਦੇ ਵੀ ਕਿਸੇ ਵੀ ਬੰਦੇ ਨੂੰ ਐਵੇਂ ਹੀ ਮੌਤ ਨਹੀਂ ਦੇ ਦਿੰਦਾ ਹੈ, ਉਹ ਪਹਿਲਾਂ ਚੇਤਾਵਨੀ ਦਿੰਦਾ ਹੈ। ਹਾਲੇਲੂਇਆ। ਇਹ ਨਹੀਂ ਕਹਿ ਸਕਦਾ ਕਿ ਮੈਨੂੰ ਦੱਸਿਆ ਨਹੀਂ ਗਿਆ, ਮੇਰੇ ਨਾਲ ਠੀਕ ਨਹੀਂ। ਹਾਲੇਲੂਇਆ। ਜੇ ਮੇਰੇ ਨਾਲ ਠੀਕ ਨਹੀਂ ਕੀਤਾ, ਜੇ ਕਿਤੇ ਮੈਨੂੰ ਪਹਿਲਾਂ ਇਹ ਗੱਲ ਦੱਸ ਦਿੰਦਾ ਤੇ ਸ਼ਾਇਦ ਹੋ ਸਕਦਾ ਹੈ ਕਿ ਮੈਂ ਸੁਧਰ ਜਾਂਦਾ ਜਾਂ ਮੈਂ ਬਚ ਜਾਣਾ ਸੀ। ਹਾਲੇਲੂਇਆ। ਯਾਨੀ ਕਿ ਕੋਈ ਇਹ ਗੱਲ ਕਹਿ ਨਹੀਂ ਸਕਦਾ ਹੈ, ਯਾਨੀ ਪਰਮੇਸ਼ਰ ਉਹਨੂੰ ਪਹਿਲਾਂ ਹੀ ਉਹ ਪਹਿਲਾਂ ਅਲਾਰਮ ਦਿੰਦਾ ਹੈ, ਉਹਨੂੰ ਅਲਰਟ ਕਰਦਾ ਹੈ। ਸੱਚ ਹੈ। ਹਾਲੇਲੂਇਆ। ਇਹ ਨਹੀਂ ਕੋਈ ਕਹਿ ਸਕਦਾ ਕਿ ਮੈਂ ਕਰਦਾ ਹੀ ਰਿਹਾ ਪਰ ਮੈਨੂੰ ਤਾਂ ਕਿਹਨੇ ਦੱਸਿਆ ਹੀ ਨਹੀਂ। ਇਸ ਤਰ੍ਹਾਂ ਨਹੀਂ ਹੈ। ਪਰਮੇਸ਼ਰ ਹਮੇਸ਼ਾ ਬੱਚੇ ਦੇ ਨਾਲ ਗੱਲਾਂ ਕਰਦਾ, ਉਹਦੇ ਕੰਮ ਕਰਨ ਦਾ ਤਰੀਕਾ ਹੈ। ਤੁਸੀਂ ਜਾਣਦੇ ਹੋ ਬੇਸ਼ੱਕ ਉਸ ਭੈਣ ਨੇ ਕੁਝ ਕੀਤਾ ਹੋਵੇ, ਉਸ ਭਾਈ ਨੇ ਕੁਝ ਕੀਤਾ ਹੋਵੇ, ਉਸ ਭਰਾ ਨੇ ਕੁਝ ਹੋਰ ਕੀਤਾ ਹੋਵੇ। ਹਾਲੇਲੂਇਆ। ਪਰ ਜਦੋਂ ਪੁਲਪਟ ਤੇ ਪ੍ਰਚਾਰ ਹੁੰਦਾ ਹੈ ਉਹ ਹਰ ਇੱਕ ਹਿਰਦੇ ਨੂੰ ਜਾਣਦਾ ਹੈ, ਮੈਨੂੰ ਵੀ ਜਾਣਦਾ ਹੈ ਕਿ ਮੈਂ ਕੀ ਕਰ ਰਿਹਾ, ਉਹ ਤੁਹਾਨੂੰ ਵੀ ਜਾਣਦਾ ਹੈ ਕਿ ਤੁਸੀਂ ਕੀ ਕਰ ਰਹੇ ਹੋ। ਹਾਲੇਲੂਇਆ। ਹਰ ਇੱਕ ਹਿਰਦਿਆਂ ਦੀ ਕੌਣ ਜਾਣਦਾ ਹੈ? ਪਰਮੇਸ਼ਰ। ਹਾਲੇਲੂਇਆ। ਤਾਂ ਹਰ ਇੱਕ ਹਿਰਦੇ ਨੂੰ ਹੀ ਪਰਮੇਸ਼ਰ ਖਟਖਟਾਉਂਦਾ ਹੈ। ਹਾਲੇਲੂਇਆ। ਉਸ ਨੂੰ ਮੌਕਾ ਦਿੰਦਾ ਹੈ। ਪਰਮੇਸ਼ਰ ਧਰਤੀ ਉੱਤੇ ਕਦੇ ਨਿਆਂ ਨਹੀਂ ਲਾਉਂਦਾ,
ਹਾਲੇਲੂਇਆ। ਉਹ ਪਹਿਲਾਂ ਚੇਤਾਵਨੀ ਦਿੰਦਾ ਹੈ। ਹਾਲੇਲੂਇਆ। ਪਰਮੇਸ਼ਰ ਬਿਨਾਂ ਘੋਸ਼ਣਾ ਦੇ ਕਦੇ ਕੁਝ ਕਰਦਾ ਹੀ ਨਹੀਂ ਹੈ। ਹਾਲੇਲੂਇਆ। ਉਹ ਹਮੇਸ਼ਾ ਲੋਕਾਂ ਨੂੰ ਚੁਣਨ ਦਾ ਮੌਕਾ ਦਿੰਦਾ ਹੈ। ਹਾਲੇਲੂਇਆ। ਤੁਸੀਂ ਚੁਣ ਸਕਦੇ ਹੋ, ਤੁਸੀਂ ਸਹੀ ਚੁਣ ਸਕਦੇ ਹੋ, ਤੁਸੀਂ ਗਲਤ ਚੁਣ ਸਕਦੇ ਹੋ। ਪਰਮੇਸ਼ਰ ਹਮੇਸ਼ਾ ਮਨੁੱਖ ਨੂੰ ਇਸ ਚੀਜ਼ ਦਾ ਮੌਕਾ ਦਿੰਦਾ ਹੈ। ਹਾਲੇਲੂਇਆ। ਉਹ ਚੇਤਾਵਨੀ ਤੋਂ ਬਿਨਾ ਕਦੇ ਨਿਆਂ ਨੂੰ ਨਹੀਂ ਲਿਆਂਦਾ ਹੈ। ਹਾਲੇਲੂਇਆ। ਸਾਡੇ ਕੋਲ ਬਾਈਬਲ ਵਿੱਚ ਕਿੰਨੇ ਕਰੈਕਟਰ ਹਨ। ਆਮੀਨ। ਹਾਲੇਲੂਇਆ। ਜਿਵੇਂ ਅਸੀਂ ਲੂਤ ਨੂੰ ਦੇਖਦੇ ਹਾਂ, ਇਸ ਤੋਂ ਪਹਿਲਾਂ ਉਹ ਸਦੂਮ ਤੇ ਅਮੋਰਾ ਨੂੰ ਨਾਸ਼ ਕਰੇ। ਹਾਲੇਲੂਇਆ। ਪਰਮੇਸ਼ਰ ਨੇ ਕਿਹਾ ਤੂੰ ਆਪਣੇ ਪਰਿਵਾਰ ਨੂੰ ਲੈ ਕੇ ਪਹਾੜ ਤੇ ਚਲੇ ਜਾ। ਹਾਲੇਲੂਇਆ। ਪਿੱਛੇ ਮੁੜ ਕੇ ਨਾ ਵੇਖੀ। ਹਾਲੇਲੂਇਆ। ਉਹ ਲੂਤ ਇੱਕ ਐਸਾ ਕਰੈਕਟਰ ਹੈ ਜੋ ਨਬੀ ਨਾਲ ਚੱਲਿਆ। ਹਾਲੇਲੂਇਆ। ਲੂਤ कैसा करैक्टर है? लूत ऐसा करैक्टर है जो किहदे नाल चल रहा सी? नबी नाल। एक नबी दे नाल। हालेलूया। ਅਸੀਂ ਦੇਖਦੇ ਹਾਂ ਜਦੋਂ ਤੱਕ ਉਹ ਨਾਲ ਨਾਲ ਚੱਲਦਾ ਰਿਹਾ ਪਰਮੇਸ਼ਰ ਨੇ ਉਹਨੂੰ ਬਰਕਤ ਦਿੱਤੀ। ਆਮੀਨ। ਹਾਲੇਲੂਇਆ। ਇਸ ਤਰ੍ਹਾਂ ਕਦੇ ਨਹੀਂ ਹੋ ਸਕਦਾ ਕਿ ਤੁਸੀਂ ਪਰਮੇਸ਼ਰ ਦੇ ਨਾਲ ਨਾਲ ਚੱਲ ਰਹੇ ਹੋ ਤਾਂ ਪਰਮੇਸ਼ਰ ਤੁਹਾਨੂੰ ਬਰਕਤ ਨਾ ਦੇਵੇ। ਆਮੀਨ। ਹਾਲੇਲੂਇਆ। ਕਿਉਂਕਿ ਉਹ ਮਹਾਰਾਜਾ ਹੈ, ਉਹ ਰਾਜਾ ਦਾ ਰਾਜਾ ਹੈ, ਉਹ ਸਰਵ ਸ਼ਕਤੀਮਾਨ ਪਰਮੇਸ਼ਰ ਹੈ। ਪਰ ਜਦੋਂ ਤੁਸੀਂ ਉਹਦੇ ਨਾਲ ਨਾਲ ਚੱਲਦੇ ਹੋ ਪਰਮੇਸ਼ਰ ਤੁਹਾਨੂੰ ਬਰਕਤ ਦਿੰਦਾ ਹੈ। ਹਾਲੇਲੂਇਆ। ਤੁਸੀਂ ਕਮਜ਼ੋਰ ਪੈ ਗਏ, ਤੁਸੀਂ ਢਿੱਲੇ ਪੈ ਗਏ, ਤੁਸੀਂ ਗਰੀਬ ਹੋ ਗਏ, ਤੁਸੀਂ ਲਾਚਾਰ ਹੋ ਗਏ, ਇਹਦਾ ਮਤਲਬ ਇਹ ਨਹੀਂ ਕਿ ਪਰਮੇਸ਼ਰ ਤੁਹਾਡੇ ਨਾਲ ਤੁਸੀਂ ਪਰਮੇਸ਼ਰ ਨਾਲ ਚੱਲ ਰਹੇ ਸੀ। ਹਾਲੇਲੂਇਆ। ਇਹਦਾ ਮਤਲਬ ਤੁਸੀਂ ਕੁਝ ਤੋਂ ਕੁਝ ਕਰ ਰਹੇ ਹੋ, कुछ कमजोरी रखी हुई है, ताही तुसी ढिले पै रहे हो, ताही तुसी कमजोर पै रहे हो। हालेलुया। मतलब बहुत सारी बरकत दे, पर जदों भी ਅਸੀਂ परमेश्वर ਦੇ ਨਾਲ ਨਾਲ ਚੱਲਦੇ ਹਾਂ परमेश्वर ਸਾਨੂੰ ਬਰਕਤ ਦਿੰਦਾ ਹੈ। हालेलुया। हालेलुया। जानी का परमेश्वर ਕੀ ਦਿੰਦਾ ਹੈ? परमेश्वर बरकत ਦਿੰਦਾ ਹੈ। हालेलुया। ਅਸੀਂ ਇਹ ਲੂਤ ਨੂੰ ਦੇਖਦੇ ਹਾਂ, परमेश्वर ਨੇ ਲੂਤ ਨੂੰ ਕੀ ਦਿੱਤੀ? ਲੂਤ ਨੂੰ ਬਰਕਤ ਦਿੱਤੀ। ਹਾਲੇਲੂਇਆ। ਪਰ ਤੁਸੀਂ ਜਾਣਦੇ ਹੋ ਪਰ ਜਦੋਂ ਚੋਣ ਦੀ ਗੱਲ ਆਈ ਨਬੀ ਨੇ ਕਿਹਾ ਕਿ ਤੇਰੇ ਸਾਹਮਣੇ ਸਾਰਾ ਹੀ ਦੇਸ਼ ਹੈ, ਤੂੰ ਜੇ ਇੱਧਰ ਨੂੰ ਜਾਏਗਾ ਤਾਂ ਮੈਂ ਇੱਧਰ ਨੂੰ ਜਾਵਾਂਗਾ, ਤੇ ਜੇ ਤੂੰ ਉੱਧਰ ਨੂੰ ਜਾਏਗਾ ਤਾਂ ਮੈਂ ਪਿੱਛੇ ਨੂੰ ਜਾਵਾਂਗਾ। ਹਾਲੇਲੂਇਆ। ਤੁਸੀਂ ਦੇਖਦੇ ਹਾਂ ਕਿ ਲੂਤ ਨੇ ਜਦੋਂ ਆਪਣੀ ਨਿਗਾਹਾਂ ਚੁੱਕੀਆਂ ਤਾਂ ਉਹਨੇ ਹਰੀਆਂ ਹਰੀਆਂ ਚਰਾਈਆਂ ਦੇਖੀਆਂ, ਉਹਨੇ ਖੁੱਲਾ ਮੈਦਾਨ ਦੇਖਿਆ, ਉਹਨੇ ਸਦੂਮ ਤੇ ਅਮੂਰਾ ਦੇਖਿਆ। हालेलुया। प्रभु बहुत सारी बरकत दे ਅਸੀਂ ਦੇਖਦੇ ਹਾਂ ਉਹ ਸਦੂਮ ਤੇ ਅਮੂਰਾ ਨੂੰ ਦੇਖ ਰਿਹਾ ਸੀ, ਹਰੀ ਹਰੀਆਂ ਚਰਾਈਆਂ ਦੇਖ ਰਿਹਾ ਸੀ। ਹਾਲੇਲੂਇਆ। ਪਰ ਤੁਸੀਂ ਜਾਣਦੇ ਹੋ ਉਹਦੇ ਪਿੱਛੇ ਜੋ ਹੋਰ ਚੀਜ਼ ਸੀ ਉਹ ਉਸ ਨੂੰ ਨਹੀਂ ਸੀ ਲੱਭ ਰਹੀ। ਹਾਲੇਲੂਇਆ। ਕਿ ਜਿਹੜੀ ਆਗ ਆਣੀ ਸੀ ਉਹ ਲੂਤ ਨੂੰ ਨਹੀਂ ਸੀ ਲੱਭ ਰਹੀ, ਉਹਨੂੰ ਤਾਂ ਹਰੀਆਂ ਹਰੀਆਂ ਚਰਾਈਆਂ ਲੱਭ ਰਹੀਆਂ ਸੀ। ਇਸ ਲਈ ਪਾਪ ਦੇ ਨਾਲ ਹੈ। ਜਦੋਂ ਅਸੀਂ ਮਾੜੇ ਕੰਮ ਕਰਦੇ ਹਾਂ ਸਾਨੂੰ ਵਧੀਆ ਲੱਗਦੇ, ਸਾਨੂੰ ਤੋਂ ਵਧੀਆ ਲੱਗਦੇ ਹਨ, ਪਰ ਤੁਸੀਂ ਜਾਣਦੇ ਹੋ ਮਾੜੇ ਕੰਮਾਂ ਦੇ ਪਿੱਛੇ ਕੀ ਹੁੰਦੀ ਹੈ? ਇੱਕ ਸਜ਼ਾ ਹੈ। ਹਾਲੇਲੂਇਆ। ਜਦੋਂ ਤੁਸੀਂ ਕਰੀ ਜਾ ਰਹੇ ਹੋ, ਜਦੋਂ ਤੁਸੀਂ ਕਰੀ ਜਾ ਰਹੇ ਹੋ ਤੁਹਾਨੂੰ ਲੱਗੇਗਾ ਕਿ ਬਹੁਤ ਵਧੀਆ ਚੱਲ ਰਿਹਾ, ਬਹੁਤ ਮਜ਼ਾ ਆ ਰਿਹਾ, ਬਹੁਤ ਆਨੰਦ ਆ ਰਿਹਾ ਹੈ। ਹਾਲੇਲੂਇਆ। ਚਾਹੇ ਨਸ਼ਾ ਕਰ ਰਹੇ ਹੋ, शराब पी रहे हो, फैशन कर रहे हो, किसी भी मस्ती कर रहे हो, ਤੁਹਾਨੂੰ हर एक चीज ਵਧੀਆ लगेगी, पर ਉਹਦੇ ਪਿੱਛੇ ਮੌਤ ਹੈ। ਹਾਲੇਲੂਇਆ। ਇਹੀ ਕੰਮ ਲੂਤ ਨੇ ਕੀਤਾ। ਪਰ ਲੂਤ ਜਿਹੜਾ ਸੀ ਜਦੋਂ ਉਹਨੇ ਹਰੀਆਂ ਹਰੀਆਂ ਚਰਾਈਆਂ ਦੇਖੀਆਂ ਉਹਨੇ ਕਿਹਾ ਇੱਥੇ ਤੇ ਮੈਨੂੰ ਬਹੁਤ ਸਾਰੀ ਬਰਕਤ ਮਿਲੇਗੀ, ਬਹੁਤ ਸਾਰਾ ਮੇਰੇ ਕੋਲ ਪੈਸਾ ਹੋਵੇਗਾ ਤਾਂ ਮੈਂ ਬੜਾ ਅਮੀਰ ਹੋ ਜਾਵਾਂਗਾ। ਹਾਲੇਲੂਇਆ। ਤੁਸੀਂ ਜਾਣਦੇ ਹੋ ਕਿ ਉਸਨੇ ਕਿਹਨੂੰ ਛੱਡ ਦਿੱਤਾ? ਨਬੀ ਨੂੰ ਛੱਡਤਾ। ਹਾਲੇਲੂਇਆ। ਹਾਲੇਲੂਇਆ। ਪਰ ਤੁਸੀਂ ਜਾਣਦੇ ਹੋ ਜਿਸ ਤਰ੍ਹਾਂ ਹੀ ਉਸਨੇ ਨਬੀ ਨੂੰ ਛੱਡਿਆ, ਹਾਲੇਲੂਇਆ, ਸਦੂਮ ਤੇ ਅਮੂਰਾ ਨੂੰ ਦੇਖਿਆ ਤਾਂ ਉਹ ਉਸੇ ਸਮੇਂ ਕਿੱਧਰ ਚਲਾ ਗਿਆ? ਨਾਸ਼ ਵੱਲ। ਹਾਲੇਲੂਇਆ। ਇਹ ਪ੍ਰਭੂ ਦੇ ਘਰ ਵਿੱਚ ਆਏ ਹੋ, ਇਸ ਤਰ੍ਹਾਂ ਦਾ ਕੰਮ ਨਾ ਕਰੋ, ਠੀਕ ਨਹੀਂ ਹੈ। ਇਸ ਤਰ੍ਹਾਂ ਨਾ ਕਰੋ। ਬੱਚੇ ਹਨ, ਵਧੀਆ ਵਰਤਾਵਾ ਕਰੋ ਤੁਸੀਂ ਜਿਸ ਤਰ੍ਹਾਂ ਕਰ ਸਕਦੇ ਹੋ।
हालेलुया, प्रभु ਤੁਹਾਨੂੰ ਬਹੁਤ ਸਾਰੀ ਬਰਕਤ ਦੇ, ਬਹੁਤ ਸਾਰੀ ਆਸ਼ੀਸ਼ ਦੇ। ਹਾਲੇਲੂਇਆ। ਤੇ ਜਦੋਂ ਉਸਨੇ ਸਦੂਮ ਤੇ ਅਮੂਰਾ ਨੂੰ ਦੇਖਿਆ, ਹਾਲੇਲੂਇਆ, ਜਦੋਂ ਸਦੂਮ ਤੇ ਅਮੂਰਾ ਵੱਲ ਜਾ ਰਿਹਾ ਸੀ ਤਾਂ ਕਿੱਧਰ ਨੂੰ ਜਾ ਰਿਹਾ ਹੈ? ਨਾਸ਼ ਵੱਲ। ਹਾਲੇਲੂਇਆ। ਜਦੋਂ ਅਸੀਂ ਵੀ ਉਸ ਪਾਪ ਵੱਲ ਨੂੰ ਜਾਂਦੇ ਹਾਂ ਤਾਂ ਫਿਰ ਅਸੀਂ ਜਾ ਕਿੱਧਰ ਰਹੇ ਹਾਂ? ਨਾਸ਼ ਵੱਲ ਜਾ ਰਹੇ ਹਾਂ। ਹਾਲੇਲੂਇਆ। ਪ੍ਰਭੂ ਤੁਹਾਨੂੰ ਬਹੁਤ ਸਾਰੀ ਬਰਕਤ ਦੇ। ਇਸੇ ਤਰ੍ਹਾਂ ਅੱਜ ਹੈ ਕਿ ਜੇ ਅਸੀਂ ਵਚਨ ਦੇ ਨਾਲ ਚੱਲਦੇ ਹਾਂ ਫਿਰ ਬਰਕਤ ਹੈ। ਆਮੀਨ। ਹਾਲੇਲੂਇਆ। ਹਾਲੇਲੂਇਆ। ਪਰ ਜਦੋਂ ਹੀ ਅਸਲ ਵਚਨ ਤੋਂ ਮੂੰਹ ਮੋੜਦੇ ਹਾਂ ਅਸੀਂ ਬਿਪਤਾ 'ਚ ਚਲੇ ਜਾਂਦੇ ਹਾਂ। ਆਮੀਨ। ਹਾਲੇਲੂਇਆ। ਇਸ ਤਰ੍ਹਾਂ ਬਹੁਤ ਸਾਰੇ ਕਰੈਕਟਰ ਹਨ। ਅਸੀਂ ਨੂਹ ਨੂੰ ਦੇਖ ਸਕਦੇ ਹਾਂ। ਹਾਲੇਲੂਇਆ। ਨੂਹ ਕੀ ਉਹਨਾਂ ਦਿਨਾਂ ਦੇ ਅੰਦਰ ਪ੍ਰਚਾਰ ਕਰ ਰਿਹਾ ਸੀ, ਪਰ ਲੋਕ ਜਿਹੜੇ ਸਨ ਉਹ ਨੂਹ ਦੀਆਂ ਗੱਲਾਂ ਨੂੰ ਸਮਝ ਨਹੀਂ ਰਹੇ। ਉਹ ਚੇਤਾਵਨੀ ਦੇ ਰਿਹਾ ਹੈ, ਉਹਨਾਂ ਦੇ ਪਾਪ ਨੂੰ ਜ਼ਾਹਿਰ ਕਰ ਰਿਹਾ ਸੀ, ਪਰ ਲੋਕ ਉਹਦੀਆਂ ਗੱਲਾਂ ਨੂੰ ਅਣਸੁਣਾ ਕਰ ਰਹੇ ਹਨ। ਹਾਲੇਲੂਇਆ। ਉਹ ਕਹਿ ਰਿਹਾ ਸੀ ਬਾਰਿਸ਼ ਆਵੇਗੀ, ਪਰ ਜਿਹੜਾ ਇਸ ਕਿਸ਼ਤੀ ਦੇ ਵਿੱਚ ਆਵੇਗਾ ਕਿਉਂਕਿ ਉਹ ਛੁਟਕਾਰੇ ਦਾ ਰਾਹ ਸੀ ਉਹਦੇ ਕੋਲ। ਹਾਲੇਲੂਇਆ। ਪਰ ਲੋਕ ਉਹਦੇ ਵੱਲ ਵੇਖ ਰਹੇ ਸੀ, ਉਹਦੇ ਪ੍ਰਚਾਰ ਨੂੰ ਸੁਣ ਰਹੇ ਸੀ, ਪਰ ਸੁਣ ਕੇ ਵੀ ਅਣਸੁਣਾ ਕਰ ਰਹੇ ਸੀ। ਹਾਲੇਲੂਇਆ। उन्होंने थोड़ा प्रचार किया, 120 साल तक प्रचार करता रहा। 120 साल थोड़ा समा नहीं हुंदा, बहुत ਵੱਡਾ ਸਮਾਂ ਸੀ ਜਿਹੜਾ ਉਸਨੇ ਪ੍ਰਚਾਰ ਕੀਤਾ। ਪਰ ਤੁਸੀਂ ਜਾਣਦੇ ਹੋ ਕਿ ਕਿਸ਼ਤੀ ਦੇ ਵਿੱਚ ਆਏ ਕਿੰਨੇ? ਸਿਰਫ 8 ਜਣੇ। ਹਾਲੇਲੂਇਆ। ਜਦ ਕਿ ਪੂਰੇ ਸੰਸਾਰ ਨੇ ਹੀ ਨੂਹ ਦੀ ਗੱਲ ਨੂੰ ਅਣਸੁਣਾ ਕਰ ਦਿੱਤਾ। ਹਾਲੇਲੂਇਆ। ਪਰ ਤੁਸੀਂ ਜਾਣਦੇ ਹੋ ਜੇ ਕਿਤੇ ਉਹ ਨੂਹ ਦੀ ਗੱਲ ਨੂੰ ਸਮਝਦੇ, ਨੂਹ ਨੂੰ ਅਹਿਮੀਅਤ ਦਿੰਦੇ ਤੇ ਸ਼ਾਇਦ ਉਹਨਾਂ ਨੇ ਬਚ ਜਾਣਾ ਸੀ, ਪਰ ਉਹਨਾਂ ਨੇ ਚੇਤਾਵਨੀ ਦੇ ਉੱਤੇ ਧਿਆਨ ਨਹੀਂ ਕੀਤਾ। ਹਾਲੇਲੂਇਆ। ਜ਼ਰੂਰ ਹੈ ਕਿ ਚੇਤਾਵਨੀ ਦੇ ਉੱਤੇ ਧਿਆਨ ਕੀਤਾ ਜਾਵੇ, ਕਿਉਂਕਿ ਜਦੋਂ ਵੀ ਪਰਮੇਸ਼ਰ ਚੇਤਾਵਨੀ ਦਿੰਦਾ ਹੈ ਇਹਦਾ ਮਤਲਬ ਕੀ ਹੈ? ਧਰਤੀ ਤੇ ਨਿਆਂ ਆਉਣ ਵਾਲਾ ਹੈ। ਹਾਲੇਲੂਇਆ। ਅਸੀਂ ਮੂਸਾ ਨੂੰ ਦੇਖਦੇ ਹਾਂ, मूसा के दिनों के अंदर भी परमेश्वर चेतावनी दे रहा सी। हालेलुया। ਅਸੀਂ देखते हैं मिस्र के सामने उन्हें एडे बड़े काम किए, जिस तरह ही मूसा कह रहे सी उस तरह काम हो रहा सी। हालेलुया। पर जब मूसा कहता मेरे लोगों को जान दे, उस समय वो फिर आ गया सी। हालेलुया। वो कह रहे सी मैं नहीं जान देना, बल्कि चाहिदा सी तो मूसा दी गल्लां दे उत्ते चित लगाया जांदा, मूसा दी गल्लां ते ध्यान लगाया जांदा, पर उन्हां ने मूसा दी गल्लां नूं अनसुना कर दित्ता। हालेलुया। हालेलुया। तो बहुत सारी बरकत दे, जानी कि परमेश्वर कदे अपना स्वभाव बदलता नहीं है। हालेलुया। परमेश्वर कदे अपनी योजना नहीं बदलता है। हालेलुया। जब जाओ शुरू चो सी वही आखिर तक हो रहता है। हालेलुया। ਅਸੀਂ ਦੇਖਦੇ ਹਾਂ ਜਿਹੜਾ ਉਹਦਾ ਪਹਿਲਾ ਫੈਸਲਾ ਹੈ ਉਹੀ ਉਹਦਾ ਆਖਰੀ ਫੈਸਲਾ ਹੈ। ਹਾਲੇਲੂਇਆ। ਉਹ ਹਮੇਸ਼ਾ ਸਿੱਧ ਹੈ, ਉਹ ਕਦੇ ਬਦਲਦਾ ਨਹੀਂ ਹੈ, ਉਹ ਕਦੇ ਆਪਣੇ ਵਿਚਾਰ ਨਹੀਂ ਬਦਲਦਾ, ਕਦੇ ਆਪਣਾ ਸੁਭਾਅ ਨਹੀਂ ਬਦਲਦਾ ਹੈ। ਹਾਲੇਲੂਇਆ। ਅਸੀਂ ਪਰਮੇਸ਼ਰ ਦਾ ਸੁਭਾਅ ਦੇਖਦੇ ਹਾਂ कि न्याय तो पहला वो चेतावनी दिंदा है। हालेलुया। वो न्याय तो पहला की दिंदा है, वो चेतावनी देता है। चाहे कोई कार होवे, चाहे कोई परिवार होवे, चाहे कला बंदा होवे, चाहे पूरा नगर होवे, चाहे पूरा देश होवे, चाहे पूरा जगत ही होवे। हालेलुया। जब परमेश्वर वो की दिंदा है, वो चेतावनी दिंदा है। हालेलुया। चाहे मनुष्य होवे, चाहे शहर होवे, चाहे राष्ट्र होवे, वो हर एक की दिंदा है चेतावनी। हालेलुया। वो हर एक पहला की दिंदा है चेतावनी दिंदा है। हालेलुया। क्योंकि साडी हर एक दी जिम्मेवारी है, क्योंकि परमेश्वर ने सानू किसी मकसद लिए रखा है। हालेलुया। जब तुम धरती उत्ते आते हो परमेश्वर ने तुहाडे पीछे एक मकसद रखे। परमेश्वर चाहता है कि तुसी ओदे मकसद नूं पूरा करो। हालेलुया। तुहाडा जीवन एवं धरती उत्ते नहीं आ गया है, परमेश्वर ने ठहराया, परमेश्वर ने योजना बनाई कि मैं इस परिवार दे विच इसनूं घल्लांगा, मैं इस परिवार दे विच इसनूं रखांगा। हालेलुया। तुसी जानते हो सकता है कोई किसी ऐसी जगह जिथे तुहानूं सुण दिंदा कि जिथे पानी तक नहीं मिल सकदा।
ਹਾਲੇਲੂਇਆ। ਉਹ ਪਰਮੇਸ਼ਰ ਨੇ ਇੱਕ ਵਧੀਆ ਪਰਿਵਾਰ ਚ ਤੁਹਾਨੂੰ ਰੱਖਿਆ। ਇਹਦੇ ਪਿੱਛੇ ਪਰਮੇਸ਼ਰ ਦੀ ਜੋਗੀ ਨਾ। ਹਾਲੇਲੂਇਆ। ਹੋ ਸਕਦਾ ਜਿਹੜਾ ਸੰਦੇਸ਼ ਇਹਨਾਂ ਦਿਨਾਂ ਚ ਸੁਣ ਰਹੇ ਹੋ ਸਕਦਾ ਕਿਸੇ ਐਸੀ ਮਿਸ਼ਨ ਗਰੁੱਪ ਚ ਹੁੰਦੇ ਕਿ ਜਿੱਥੇ ਤੁਹਾਨੂੰ ਬਿਲਕੁਲ ਬਾਈਬਲ ਦੀ ਸਮਝ ਨਹੀਂ ਲੱਗਦੀ। ਹਾਲੇਲੂਇਆ। ਉਹ ਪਰਮੇਸ਼ਰ ਨੇ ਹੋ ਦਿੱਤਾ ਇਹ ਤੁਹਾਨੂੰ ਸੰਦੇਸ਼ ਦੀ ਸਮਝ ਲੱਗੇ। ਹਾਲੇਲੂਇਆ। ਤੁਸੀਂ ਜਾਣਦੇ ਹੋ ਇਹ ਸੰਦੇਸ਼ ਕੋਈ ਨਾਰਮਲ ਸੰਦੇਸ਼ ਨਹੀਂ ਹੈ। ਇਹ ਮਹਿਮਾ ਭਰਿਆ ਸੰਦੇਸ਼ ਹੈ। ਇਹਦਾ ਲੈਵਲ ਇਨਾ ਉੱਚਾ ਲੈਵਲ ਹੈ ਤੁਸੀਂ ਇਹਦੀ ਅਹਿਮੀਅਤ ਨੂੰ ਸਮਝ ਸਕਦੇ ਹੋ। ਹਾਲੇਲੂਇਆ। ਉਹਨੇ ਉਸ ਮਹਾਨ ਪਰਮੇਸ਼ਰ ਨੇ ਆਪਣੇ ਮੈਸੇਜ ਨੂੰ ਆਪਣੇ ਲੋਕਾਂ ਦੇ ਉੱਤੇ ਜ਼ਾਹਿਰ ਕੀਤਾ। ਇਹ ਛੋਟੀ ਗੱਲ ਨਹੀਂ ਸੀ। ਹਾਲੇਲੂਇਆ। ਅੱਜ ਸਾਨੂੰ ਕਿੰਨੀ ਉਹਦੀ ਮਹਿਮਾ ਕਰਨੀ ਚਾਹੀਦੀ ਹੈ। ਪ੍ਰਭੂ ਤੇਰਾ ਧੰਨਵਾਦ ਕਿ ਸਾਰੇ ਭੇਤਾਂ ਨੂੰ ਤੂੰ ਸਾਡੇ ਤੇ ਖੋਲੇ। ਹਾਲੇਲੂਇਆ। ਅਸੀਂ ਹੋਰ ਤੇ ਵੀ ਖੋਲ ਸਕਦਾ ਸੀ ਪਰ ਉਸਨੇ ਸਾਰੇ ਭੇਤ ਜਿਹੜੇ ਹਨ ਉਹਨੇ ਆਪਣੇ ਲੋਕਾਂ ਦੇ ਖੋਲੇ। ਹਾਲੇਲੂਇਆ। ਸਾਡੇ ਸਾਰੇ ਦੀ ਇੱਕ ਜ਼ਿੰਮੇਵਾਰੀ ਹੈ ਕਿਉਂਕਿ ਪਰਮੇਸ਼ਰ ਨੇ ਸਾਨੂੰ ਕਿਸੇ ਮਕਸਦ ਨਹੀਂ ਰੱਖਿਆ। ਹਾਲੇਲੂਇਆ। ਇਹ ਸਾਡੀ ਵੀ ਕੀ ਹੈ ਇੱਕ ਜ਼ਿੰਮੇਵਾਰੀ ਹੈ। ਹਾਲੇਲੂਇਆ। ਤੁਹਾਨੂੰ ਜ਼ਰੂਰ ਉਸ ਕੋਲ ਜਾਣਾ ਚਾਹੀਦਾ ਹੈ ਪੁੱਛਣਾ ਚਾਹੀਦਾ ਹੈ ਕਿ ਪ੍ਰਭੂ ਤੂੰ ਮੇਰੇ ਕੋਲੋਂ ਕੀ ਕਰਵਾਉਣਾ ਚਾਹੁੰਦਾ। ਹਾਲੇਲੂਇਆ। ਕਿ ਜਾਣਾ ਚਾਹੀਦਾ ਹੈ ਕਿ ਨਹੀਂ ਸਾਨੂੰ ਜ਼ਰੂਰ ਉਹਦੇ ਕੋਲ ਜਾਣਾ ਚਾਹੀਦਾ ਹੈ। ਉਹਦੀ ਪਵਿੱਤਰ ਹਜ਼ੂਰੀ ਚ ਬੈਠਣਾ ਚਾਹੀਦਾ ਹੈ। ਉਹਦੇ ਕੋਲ ਪੁੱਛਣਾ ਚਾਹੀਦਾ ਹੈ ਪ੍ਰਭੂ ਤੂੰ ਮੇਰੇ ਕੋਲ ਕੀ ਕਰਵਾਉਣਾ। ਜਿਵੇਂ ਤੁਸੀਂ ਕਿਸੇ ਮਨੁੱਖ ਕੋਲ ਕੰਮ ਲਈ ਜਾਂਦੇ ਹੋ ਉਹ ਤੁਹਾਨੂੰ ਭੇਡਾਂ ਚਾਰਨ ਵਾਸਤੇ ਰੱਖਦਾ ਹੈ। ਜਾਓ ਤੁਹਾਨੂੰ ਕਹਿੰਦਾ ਹੈ ਕਿ ਮੇਰੇ ਖੇਤਾਂ 'ਚ ਚਲਿਆ ਜਾ ਕੇ ਉੱਥੇ ਬੈਠ ਜਾ। ਹਾਲੇਲੂਇਆ। ਫਿਰ ਨਬੀ ਕਹਿੰਦਾ ਹੈ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਉਸ ਕੋਲ ਜਾਓ ਤੇ ਪੁੱਛੋ ਕਿ ਤੂੰ ਕੀ ਚਾਹੁੰਦਾ ਹੈ। ਆਮੀਨ। ਹਾਲੇਲੂਇਆ। ਮੈਂ ਉੱਥੇ ਜਾ ਕੇ ਕੀ ਕਰਾਂ ਤੂੰ ਕੀ ਚਾਹ ਰਿਹਾ। ਜੇ ਪਰਮੇਸ਼ਵਰ ਨੇ ਤੁਹਾਨੂੰ ਕਿਸੇ ਜਗ੍ਹਾ ਉੱਤੇ ਠਹਿਰਾਇਆ ਹੈ ਕਿਸੇ ਜਗ੍ਹਾ ਉੱਤੇ ਰੱਖੇਦਾ ਹੈ ਤਾਂ ਫਿਰ ਤੁਹਾਨੂੰ ਪ੍ਰਭੂ ਦੀ ਹਜ਼ੂਰੀ 'ਚ ਜਾਣਾ ਚਾਹੀਦਾ ਹੈ। ਉਹਨੂੰ ਪੁੱਛਣਾ ਚਾਹੀਦਾ ਹੈ ਪ੍ਰਭੂ ਮੇਰੇ ਜੀਵਨ ਲਈ ਤੂੰ ਕੀ ਰੱਖਿਆ ਹੈ। ਤੂੰ ਕੀ ਚਾਹ ਰਿਹਾ ਹੈ ਕਿ ਮੇਰੇ ਜੀਵਨ 'ਚ ਇਹ ਹੋਵੇ। ਪ੍ਰਭੂ ਤੂੰ ਕੀ ਚਾਹੁੰਦਾ ਹੈ ਕਿ ਮੈਂ ਕਰਾਂ। ਹਾਲੇਲੂਇਆ। ਹਾਲੇਲੂਇਆ। ਤੂੰ ਕੀ ਚਾਹ ਰਿਹਾ ਹੈ ਕਿ ਮੈਂ ਕੀ ਕਰਾਂ। ਹਾਲੇਲੂਇਆ। ਨਬੀ ਕਹਿੰਦਾ ਜਿਸ ਤਰ੍ਹਾਂ ਪਰਮੇਸ਼ਰ ਤੁਹਾਨੂੰ ਕਹਿੰਦਾ ਹੈ ਉਸੇ ਤਰੀਕੇ ਦੇ ਨਾਲ ਕਰੋ। ਹਾਲੇਲੂਇਆ। ਜਦੋਂ ਤੁਸੀਂ ਖੜਕਾਓਗੇ ਫਿਰ ਉਹ ਤੁਹਾਡੇ ਲਈ ਖੋਲੇਗਾ। ਤੁਸੀਂ ਮੰਗੋਗੇ ਫਿਰ ਉਹ ਤੁਹਾਨੂੰ ਦੇਵੇਗਾ ਤੇ ਜਦੋਂ ਤੁਸੀਂ ਢੂੰਡੋਗੇ ਤਾਂ ਤੁਹਾਨੂੰ ਉਹ ਲੱਭ ਪਵੇਗਾ। ਹਾਲੇਲੂਇਆ। ਪਰ ਜ਼ਰੂਰ ਹੈ ਤੁਹਾਨੂੰ ਦਰਵਾਜ਼ੇ ਨੂੰ ਖੜਕਾਉਣਾ ਚਾਹੀਦਾ ਹੈ ਕਹਿਣਾ ਚਾਹੀਦਾ ਹੈ ਪ੍ਰਭੂ ਮੇਰੇ ਜੀਵਨ ਦੇ ਲਈ ਤੂੰ ਕੀ ਰੱਖੇਗਾ ਹੈ। ਹਾਲੇਲੂਇਆ। ਜੇ ਤੁਸੀਂ ਕਿਸੇ ਮਨੁੱਖ ਨਾਲ ਕੰਮ ਕਰ ਰਹੇ ਹੋ ਤਾਂ ਤੁਸੀਂ ਜ਼ਰੂਰ ਪਤਾ ਕਰੋ ਕਿ ਤੁਹਾਡੀ ਕੀ ਜ਼ਿੰਮੇਵਾਰੀ ਹੈ। ਹਾਲੇਲੂਇਆ। ਜੇ ਸਾਨੂੰ ਪ੍ਰਭੂ ਨੇ ਜੀਵਨ ਦਿੱਤਾ ਹੈ ਫਿਰ ਜ਼ਰੂਰ ਸਾਨੂੰ ਉਸ ਕੋਲ ਜਾਣਾ ਚਾਹੀਦਾ ਹੈ ਪੁੱਛਣਾ ਚਾਹੀਦਾ ਕਿ ਪ੍ਰਭੂ ਮੇਰੀ ਕੀ ਜ਼ਿੰਮੇਵਾਰੀ ਹੈ। ਆਮੀਨ। ਜਿਵੇਂ ਔਰਤਾਂ ਆਪਣੇ ਘਰ ਦਾ ਕੰਮ ਕਰਦੀਆਂ ਹਨ ਆਮੀਨ ਭਾਂਡੇ ਮਾਂਜਦੀਆਂ ਹਨ ਕੱਪੜੇ ਧੋਂਦੀਆਂ ਹਨ ਉਹ ਆਪਣੇ ਘਰ ਲਈ ਵਧੀਆ ਤੋਂ ਵਧੀਆ ਕਰਦੀਆਂ ਹਨ। ਇਸ ਨਾਲ ਕੋਈ ਮਤਲਬ ਨਹੀਂ ਕਿ ਕਿੰਨਾ ਥੋੜਾ ਜਾਂ ਕਿੰਨਾ ਜ਼ਿਆਦਾ ਬਸ ਕਰਦੀਆਂ ਰਹਿੰਦੀਆਂ। ਹਾਲੇਲੂਇਆ। ਤੁਸੀਂ ਦੇਖਿਆ ਹੈ ਕੋਈ ਇਹਦੇ ਨਾਲ ਇਹ ਨਹੀਂ ਮਤਲਬ ਹੁੰਦਾ ਹੈ ਕਿ ਥੋੜਾ ਕਰਨਾ ਹੈ ਕਿ ਬਸ ਮੈਂ ਭਾਂਡੇ ਮਾਂਜ ਰਿਹਾ ਹਾਂ ਤਾਂ ਹੁਣ ਮੈਂ ਸਫਾਈ ਰਹਿਣ ਦਿੰਦੀ ਹਾਂ। ਹਾਲੇਲੂਇਆ। ਭਾਈ ਨਹੀਂ ਇਸ ਤਰ੍ਹਾਂ ਨਹੀਂ ਹੈ। ਉਹ ਤੇ ਭਾਂਡੇ ਮਾਂਜੀ ਜਾ ਰਹੀਆਂ ਹਨ ਉਹ ਜਦੋਂ ਦੇਖਦੀ ਹਾਂ ਚਦਰਾ ਇੱਧਰ ਦੀ ਉੱਧਰ ਕਰਤੀ ਉਹਨੇ ਫਿਰ ਇਕੱਠੀ ਕਰਨਾ ਫਿਰ ਉਹਨੂੰ ਸਜਾ ਕੇ ਰੱਖ ਦੇਣਾ ਹੈ ਤੇ ਨਿਆਣੇ ਆਂਦੇ ਫਿਰ ਖਿਲਾਰ ਦਿੰਦੇ ਆ ਫਿਰ ਉਹ ਇਕੱਠਾ ਕਰ ਦਿੰਦੀ ਹੈ। ਹਾਲੇਲੂਇਆ। ਫਿਰ ਤੇਰੇ ਦੇਖਿਆ ਫਰਸ਼ ਕਰਦਾ ਹੈ ਪੋਚਾ ਮਾਰਨਾ ਸ਼ੁਰੂ ਕਰਤਾ ਝਾੜੂ ਮਾਰਨਾ ਸ਼ੁਰੂ ਕਰ ਦਿੱਤਾ ਉਹ ਤੇ ਕਰੀ ਜਾ ਰਹੀ ਹੈ। ਉਹਨੂੰ ਇਸ ਗੱਲ ਦੇ ਨਾਲ ਲੈਣਾ ਦੇਣਾ ਨਹੀਂ ਹੈ ਕਿ ਥੋੜਾ ਕਰਨਾ ਕਿ ਜ਼ਿਆਦਾ ਕਰਨਾ ਹੈ। ਹਾਲੇਲੂਇਆ। ਇਸੇ ਤਰ੍ਹਾਂ ਹੀ ਸਾਡੇ ਲਈ ਵੀ ਹੈ ਕਿ ਅਸੀਂ ਵੀ ਪਰਮੇਸ਼ਰ ਦੇ ਲਈ ਕਰਨਾ ਹੈ। ਹਾਲੇਲੂਇਆ। ਅਸੀਂ ਵੀ ਬਸ ਕਰੀ ਜਾਣਾ ਹੈ। ਹਾਲੇਲੂਇਆ। ਕਿ ਜਦੋਂ ਤੁਹਾਨੂੰ ਲੱਗਦਾ ਕਿ ਮੈਨੂੰ ਇਹ ਕਰਨਾ ਚਾਹੀਦਾ ਹੈ ਉਸੇ ਕੰਮ ਨੂੰ ਕਰਨਾ ਹੈ। ਹਾਲੇਲੂਇਆ। ਕਿ ਮੈਂ ਵੱਧ ਤੋਂ ਵੱਧ ਪਰਮੇਸ਼ਰ ਲਈ ਕਰਨਾ ਚਾਹੁੰਦਾ ਹਾਂ ਚਾਹੇ ਤੁਸੀਂ ਛੋਟੇ ਰੱਖੇ ਗਏ ਹੋ ਚਾਹੇ ਤੁਸੀਂ ਵੱਡੇ ਹੋ ਚਾਹੇ ਜਿਹੜਾ ਵੀ ਕੰਮ ਤੁਸੀਂ ਕਰ ਰਹੇ ਹੋ ਵਫਾਦਾਰੀ ਦੇ ਨਾਲ ਉਸ ਕੰਮ ਨੂੰ ਕਰੀ ਜਾਣਾ ਹੈ। ਹਾਲੇਲੂਇਆ। ਹਾਲੇਲੂਇਆ। ਪ੍ਰਭੂ ਤੁਹਾਨੂੰ ਬਹੁਤ ਸਾਰੀ ਬਰਕਤ ਦੇ। ਤੁਸੀਂ ਜਾਣਦੇ ਹੋ ਕਿ ਹਰ ਇੱਕ ਮਨੁੱਖ ਦਾ अपना अपना एक स्थान है एक जगह है।
ਸਾਰਾ ਸਰੀਰ ਹੱਥ ਨਹੀਂ ਹੋ ਸਕਦਾ। ਜੇ ਅਸੀਂ ਕਹੇ ਸਾਰਾ ਸਰੀਰ ਹੀ ਹੱਥ ਹੈ, ਇਸ ਤਰ੍ਹਾਂ ਨਹੀਂ ਹੈ, ਬਲਕਿ ਸਰੀਰ 'ਚ ਹੱਥ ਪੈਰ ਵੀ ਹਨ। ਹਾਲੇਲੂਇਆ। ਜਿਹੜਾ ਸਰੀਰ ਹੈ ਉਸ 'ਚ ਹੱਥ ਦਾ ਵੀ ਕੰਮ ਹੈ, ਲੱਤ ਦਾ ਵੀ ਕੰਮ ਹੈ, ਢਿੱਡ ਦਾ ਕੰਮ ਹੈ, ਸਿਰ ਦਾ ਕੰਮ ਹੈ, ਮੂੰਹ ਦਾ ਕੰਮ ਹੈ, ਅੱਖਾਂ ਦਾ ਕੰਮ ਹੈ, ਕੰਨਾਂ ਦਾ ਕੰਮ ਹੈ। ਹਰ ਇੱਕ ਅੰਗ ਦਾ ਆਪਣਾ ਆਪਣਾ ਇੱਕ ਕੰਮ ਹੈ। ਹਾਲੇਲੂਇਆ। ਪਰਮੇਸ਼ਵਰ ਨੇ ਜਿਹੜਾ ਵੀ ਤੁਹਾਨੂੰ ਬਣਾਇਆ ਹੈ, ਜਿਹੜਾ ਕੰਮ ਦਿੱਤਾ ਹੈ, ਤੁਹਾਡਾ ਫਰਜ਼ ਹੈ ਕਿ ਤੁਸੀਂ ਆਪਣੇ ਸਥਾਨ ਤੇ ਰਹਿ ਕੇ ਵਧੀਆ ਤਰੀਕੇ ਦੇ ਨਾਲ ਉਸ ਕੰਮ ਨੂੰ ਕਰਨਾ, ਵਫਾਦਾਰੀ ਦੇ ਨਾਲ ਕਰਨਾ। ਹਾਲੇਲੂਇਆ। ਜੇ ਔਰਤਾਂ ਵਫਾਦਾਰ ਨਾ ਹੋਣ ਤਾਂ ਫਿਰ ਤੇ ਘਰਾਂ 'ਚ ਖਲਾਵਾ ਹੀ ਰਵੇ। ਕਈ ਘਰਾਂ 'ਚ ਮੈਂ ਦੇਖਿਆ ਵੀ ਹੈ, ਭਾਂਡੇ ਤਕਰੀਬਨ ਮੈਂ ਆਪਣੇ ਜੀਵਨ 'ਚ 2-3 ਘਰ ਦੇਖੇ ਹਨ, ਬਸ ਕੀ ਹਨ ਕੱਪੜੇ ਧੋਂਦੀਆਂ ਤੇ ਮੁੜ ਕੇ ਦੇਖੋ ਤਾਂ ਉੱਥੇ ਢੇਰ ਲੱਗਿਆ ਹੁੰਦਾ ਹੈ। ਹਾਲੇਲੂਇਆ। ਉਹਨਾਂ ਘਰਾਂ 'ਚ ਉਹਨਾਂ ਦੇ ਭਾਂਡਿਆਂ ਨੂੰ ਤੇ ਦੇਖੋ ਸਮੈਲ ਨਹੀਂ ਖਤਮ ਹੁੰਦੀ, ਉਹਨਾਂ ਦੇ ਕੱਪੜੇ ਦੇਖੋ ਸਮੈਲ ਨਹੀਂ ਖਤਮ ਹੁੰਦੀ, ਬਦਬੂ ਪੈਂਦੀ ਹੈ, ਕਿਉਂਕਿ ਔਰਤ ਜ਼ਿੰਮੇਵਾਰੀ ਨਹੀਂ ਲੈ ਰਹੀ। ਹਾਲੇਲੂਇਆ। ਮੇਰੇ ਪਠਾਨਕੋਟ ਵੀ ਇੱਕ ਘਰ ਹੈ, ਜਦੋਂ ਮੈਂ ਘਰ 'ਚ ਜਾਵਾਂ ਤਾਂ ਮੈਂ ਮੰਜਾ ਦੇਖਦਾ ਬਾਵਾ ਦੀ ਕਿਹੜੀ ਜਗ੍ਹਾ, ਕਿਉਂਕਿ ਕੱਪੜਿਆਂ ਦੇ ਢੇਰ ਲੱਗੇ ਹੋਏ ਹਨ, ਪਤਾ ਨਹੀਂ ਕਿ ਸਾਹਮਣਾ ਕਿਸ ਤਰ੍ਹਾਂ ਹੈ, ਇੰਨੀ ਬਦਬੂ, ਇੰਨੀ ਬੁਰਾ ਹਾਲ। ਹਾਲੇਲੂਇਆ। ਯਾਨੀ ਕਿ ਆਪਣੀ ਜ਼ਿੰਮੇਵਾਰੀ ਤੋਂ ਦੌੜ ਰਹੀਆਂ ਹਨ, ਇਸ ਤਰ੍ਹਾਂ ਨਹੀਂ ਹੈ। ਹਾਲੇਲੂਇਆ। ਪਰਮੇਸ਼ਵਰ ਨੇ ਪਰਿਵਾਰ ਦਿੱਤਾ ਹੈ, ਇੱਕ ਜ਼ਿੰਮੇਵਾਰੀ ਦਿੱਤੀ ਹੈ, ਬੱਚੇ ਦਿੱਤੇ ਹਨ, ਬੱਚਿਆਂ ਦੇ ਪਿੱਛੇ ਇੱਕ ਜ਼ਿੰਮੇਵਾਰੀ ਹੈ। ਹਾਲੇਲੂਇਆ। ਤਾਂ ਤੁਸੀਂ ਜਾਣਦੇ ਹੋ ਵਧੀਆ ਔਰਤ ਦੀ ਕਰਦੀ ਹੈ, ਲੱਗੀ ਰਹਿੰਦੀ ਹੈ ਆਪਣੇ ਘਰ ਨੂੰ ਸੰਭਾਲਣ। ਆਮੀਨ। ਹਾਲੇਲੂਇਆ। ਇਸ ਤਰ੍ਹਾਂ ਅੱਜ ਅਸੀਂ ਵੀ ਕਰਨਾ ਹੈ, ਅੱਜ ਅਸੀਂ ਵੀ ਕਲੀਸਿਆ ਦੇ ਲਈ ਕੀ ਕਰਨਾ ਹੈ, ਉਸ ਨੂੰ ਸੰਭਾਲਣ ਦੇ ਵਾਸਤੇ ਲੱਗੇ ਰਹਿਣਾ ਹੈ, ਆਪਣਾ ਜ਼ੋਰ ਜਤਨ ਲਗਾਉਣਾ ਹੈ। ਜਿੰਨੀ ਕੋਸ਼ਿਸ਼ ਤੁਸੀਂ ਕਰ ਸਕਦੇ ਹੋ ਇਸ ਨੂੰ ਵਧੀਆ ਤੋਂ ਵਧੀਆ ਕਰਨ ਦੀ ਕੋਸ਼ਿਸ਼ ਕਰੋ। ਹਾਲੇਲੂਇਆ। ਤੁਸੀਂ ਜਾਣਦੇ ਹੋ ਜਦੋਂ ਤੁਸੀਂ ਪ੍ਰਭੂ ਦੇ ਲਈ ਕਰ ਰਹੇ ਹੋ ਤੇ ਇਹਦਾ ਅਸਰ ਤੁਸੀਂ ਦੇਖਿਓ, ਤੁਹਾਡਾ ਇਹੀ ਅਸਰ ਤੁਹਾਡੇ ਬੱਚਿਆਂ ਤੇ ਹੋਵੇਗਾ। ਤੁਸੀਂ ਲਾਪਰਵਾਹ ਜਿਹੇ ਹੋ ਜਾਓ, ਮੈਂ ਬਸ ਚਲੋ ਮਸਤ ਹੈ, ਕੋਈ ਗੱਲ ਨਹੀਂ, ਹੁੰਦਾ ਰਹੇਗਾ, ਭਾਈ ਕੇਸ਼ ਕਰ ਰਿਹਾ ਜਾਂ ਕੋਈ ਹੋਰ ਭਾਈ ਕਰ ਰਿਹਾ, ਕਰੀ ਜਾਣ ਦੋ, ਤਾਂ ਅਸੀਂ ਮਸਤ ਹਾਂ। ਹਾਲੇਲੂਇਆ। ਮੈਂ ਕਹਿੰਦਾ ਤੁਹਾਡੇ ਘਰਾਂ 'ਚ ਬਦਬੂ ਆਣੀ ਸ਼ੁਰੂ ਹੋ ਜਾਏਗੀ, ਘਰਾਂ ਦੇ ਬੱਚੇ ਜਿਹੜਾ ਮਾਹੌਲ ਖਰਾਬ ਹੋ ਜਾਏਗਾ, ਹਰ ਇੱਕ ਹਾਲਤ ਜਿਹੜੀ ਹੈ ਉਹਨਾਂ ਦੀ ਬਦਲੀ ਹੋ ਜਾਏਗੀ। ਹਾਲੇਲੂਇਆ। ਇਹ ਤਾਂ ਤੁਹਾਡਾ ਆਪਣਾ ਨਿੱਜ ਜੀਵਨ ਹੈ ਕਿ ਤੁਸੀਂ ਆਪਣੇ ਬੱਚਿਆਂ ਦੇ ਲਈ ਕੀ ਕਰ ਰਹੇ ਹੋ। ਤੁਸੀਂ ਜੇ ਅਸਲੀ ਮਸੀਹ ਹੋ, ਪਰਮੇਸ਼ਵਰ ਦੇ ਨਾਲ ਜੁੜੇ ਹੋਏ ਹੋ, ਤੁਸੀਂ ਵੀ ਕਰਮ ਰਹੋ, ਨਾਲ ਬੱਚਿਆਂ ਨੂੰ ਵੀ ਕਰਮ ਕਰੋ। ਹਾਲੇਲੂਇਆ। ਜਾਨੀ ਕਿ ਸਾਡਾ ਕੀ ਹੈ, ਸਾਰਿਆਂ ਦੇ ਕੁਝ ਤਾਂ ਕੋਈ ਕੰਮ ਹੈ, ਹੱਥ ਦਾ ਕੰਮ ਹੈ, ਸਿਰ ਦਾ ਕੰਮ ਹੈ, ਮੂੰਹ ਦਾ ਕੰਮ ਹੈ, ਗਰਦਨ ਦਾ ਕੰਮ ਹੈ, ਪੈਰਾਂ ਦਾ ਕੰਮ ਹੈ, ਜਾਨੀ ਕਿ ਸਾਡਾ ਸਾਰਿਆਂ ਦਾ ਕੀ ਹੈ, ਕੁਝ ਤਾਂ ਕੁਝ ਕੰਮ ਹੈ, ਆਪਣੇ ਕੰਮ ਨੂੰ ਕਰਨਾ। ਜੇ ਤੁਹਾਨੂੰ ਪਤਾ ਚੱਲ ਜਾਂਦਾ ਮੈਂ ਹੱਥ ਹਾਂ ਤਾਂ ਮੇਰੇ ਹੱਥ ਨੂੰ ਚਾਹੀਦਾ ਪੂਰੀ ਜ਼ਿੰਮੇਵਾਰੀ ਨਾਲ ਕੰਮ ਕਰਨਾ। ਜੇ ਤੁਹਾਨੂੰ ਪਤਾ ਚੱਲ ਜਾਂਦਾ ਮੈਂ ਸਿਰ ਹਾਂ ਤਾਂ ਸਿਰ ਨੂੰ ਪੂਰੀ ਜ਼ਿੰਮੇਵਾਰੀ ਹੈ ਕਿ ਤੁਸੀਂ ਉਸ ਜ਼ਿੰਮੇਵਾਰੀ ਨੂੰ ਨਿਭਾਓ। ਜੇ ਤੁਹਾਨੂੰ ਪਤਾ ਚੱਲ ਜਾਂਦਾ ਹੈ ਮੈਂ ਜੀਭ ਹਾਂ ਜਾਂ ਮੈਂ ਅੱਖਾਂ ਹਾਂ ਜਾਂ ਮੈਂ ਕੰਨ ਹਾਂ ਤਾਂ ਫਿਰ ਉਸੇ ਹਿਸਾਬ ਨਾਲ ਕੰਮ ਕਰੋ। ਹਾਲੇਲੂਇਆ। ਅਸੀਂ ਟਾਈਮ ਪੀਸ ਨੂੰ ਦੇਖਦੇ ਹਾਂ, ਜੇ ਇੱਕ ਛੋਟੀ ਸੂਈ ਵੀ ਅੱਗੇ ਪਿੱਛੇ ਹੋ ਜਾਵੇ ਸਾਰੀ ਘੜੀ ਦੀ ਸੈਟਿੰਗ ਖਰਾਬ ਹੋ ਜਾਂਦੀ ਹੈ। ਸੱਚ। ਹਾਲੇਲੂਇਆ। ਕਿਉਂਕਿ ਸਾਰੇ ਹੀ ਉਹ ਪੁੱਜੇ ਹੁੰਦੇ ਨੇ, ਛੋਟੇ ਛੋਟੇ ਪੁੱਜੇ ਹੁੰਦੇ ਨੇ, ਪਰ ਇੱਕ ਸੂਈ ਵੀ ਅੱਗੇ ਪਿੱਛੇ ਹੋ ਗਈ ਸਾਰੀ ਘੜੀ ਤੁਹਾਡੀ ਖਰਾਬ ਹੋ ਜਾਣੀ। ਹਾਲੇਲੂਇਆ। ਇਹ ਗੱਲ ਲੋਕਾਂ ਦੇ ਨਾਲ ਹੈ, ਅਸੀਂ ਸਾਰੇ ਮਸੀਹ ਦੀ ਦੇਹ ਹਾਂ, ਸਾਨੂੰ ਆਪਣੀ ਜਗ੍ਹਾ 'ਚ ਹੋਣਾ ਚਾਹੀਦਾ ਹੈ। ਜੇ ਤੁਸੀਂ ਮਸੀਹ ਦੀ ਦੇਹ 'ਚ ਇੱਕ ਛੋਟਾ ਸਪਰਿੰਗ ਹੋ, ਜਿਵੇਂ ਘੜੀ 'ਚ ਹੁੰਦਾ ਹੈ, ਤੁਸੀਂ ਮਸੀਹ ਦੀ ਦੇਹ ਦਾ ਛੋਟਾ ਪੁਰਜਾ ਹੋ, ਬਸ ਤੁਸੀਂ ਆਪਣਾ ਕੰਮ ਕਰਦੇ ਹੋ। ਆਮੀਨ। ਹਾਲੇਲੂਇਆ। ਮੇਰੀਆਂ ਗੱਲਾਂ ਨਹੀਂ ਭਾਈ ਭੈਣ ਨੇ ਬੋਲੀਆਂ, ਉਸੇ ਗੱਲਾਂ ਨੂੰ ਨੋਟ ਕੀਤਾ। ਹਾਲੇਲੂਇਆ। ਵੀ ਕਹਿੰਦਾ ਜਿਵੇਂ ਘੜੀ 'ਚ ਛੋਟੇ ਪੁਰਜੇ ਹੁੰਦੇ ਉਹਨਾਂ ਦਾ ਕੋਈ ਕੰਮ ਹੈ, ਪਰ ਜੇ ਤੁਹਾਨੂੰ ਵੀ ਕੋਈ ਪੁਰਜਾ ਬਣਾਏਦਾ ਹੈ, ਤੁਸੀਂ ਵੀ ਜੇ ਉਸ ਦੀ ਘੜੀ ਦਾ ਕੋਈ ਸੂਈ ਹੋ ਤਾਂ ਫਿਰ ਉਹ ਜਿਹੜਾ ਆਪਣਾ ਕੰਮ ਹੈ ਤੁਸੀਂ ਵਧੀਆ ਤਰੀਕੇ ਨਾਲ ਕਰੋ। ਹਾਲੇਲੂਇਆ। ਜੋ ਵੀ ਪ੍ਰਭੂ ਨੇ ਤੁਹਾਨੂੰ ਦਿੱਤਾ ਹੈ ਉਸ ਨੂੰ ਵਧੀਆ ਤੋਂ ਵਧੀਆ ਕਰੋ। ਹਾਲੇਲੂਇਆ। ਕਿਸੇ ਦਿਨ ਸਾਨੂੰ ਪ੍ਰਭੂ ਨੂੰ ਉੱਤਰ ਦੇਣਾ ਪਵੇਗਾ। ਹਾਲੇਲੂਇਆ। ਜਿਹੜਾ ਇਹ ਮਨੁੱਖ ਧਰਤੀ ਦੇ ਉੱਪਰ ਆਇਆ ਹੈ ਉਸ ਨੂੰ ਜ਼ਿੰਮੇਵਾਰੀ ਨਾਲ ਉੱਤਰ ਦੇਣਾ ਪਵੇਗਾ। ਜੋ ਵੀ ਖੁਦਾ ਨੇ ਤੁਹਾਨੂੰ ਕੰਮ ਦਿੱਤਾ ਹੈ ਵਫਾਦਾਰੀ ਨਾਲ ਕਰੋ, ਇਮਾਨਦਾਰੀ ਦੇ ਨਾਲ ਪਰਮੇਸ਼ਰ ਦਾ ਕੰਮ ਕਰੋ।
ਹਾਲੇਲੂਇਆ ਹਾਲੇਲੂਇਆ। ਪ੍ਰਭੂ ਤੁਹਾਨੂੰ ਬਹੁਤ ਸਾਰੀ ਬਰਕਤ ਦੇ। ਅਸੀਂ ਹਿਜਕਿਯਾਹ ਪਾਤਸ਼ਾਹ ਨੂੰ ਦੇਖਦੇ ਹਾਂ। ਹਾਲੇਲੂਇਆ। ਹਿਜਕਿਯਾਹ ਪਾਤਸ਼ਾਹ ਜਿਹੜਾ ਸੀ ਉਹਨੂੰ ਕਹਿ ਦਿੱਤਾ ਗਿਆ ਹੈ ਕਿ ਤੂੰ ਤਿਆਰ ਹੋ ਜਾ। ਹਾਲੇਲੂਇਆ। ਕੀ ਹੋ ਜਾ? ਤਿਆਰ ਹੋ ਜਾ, ਹੁਣ ਤੇਰੀ ਵਾਰੀ ਆ ਗਈ ਹੈ। ਅਸੀਂ ਦੇਖਦੇ ਹਿਜਕਿਯਾਹ ਜਿਹੜਾ ਹੈ ਇੱਕ ਰਾਜਾ ਸੀ, ਇੱਕ ਮਹਾਨ ਰਾਜਾ, ਇੱਕ ਵਧੀਆ ਰਾਜਾ। ਹਾਲੇਲੂਇਆ। ਜੇ ਤੁਸੀਂ ਉਸ ਦੀ ਬੇਨਤੀ ਵੱਲ ਗੌਰ ਕਰੋ, ਪ੍ਰਾਰਥਨਾ ਵੱਲ ਗੌਰ ਕਰੋ, ਉਹ ਪ੍ਰਾਰਥਨਾ ਕਰ ਰਿਹਾ ਹੈ, ਉਹ ਪ੍ਰਭੂ ਮੈਂ ਬੇਨਤੀ ਕਰਦਾ ਹਾਂ ਕਿ ਤੂੰ ਮੇਰੇ ਵੱਲ ਧਿਆਨ ਦਿਖਾ। ਹਿਜਕਿਯਾਹ ਪਾਤਸ਼ਾਹ ਦੁਆ ਕਰ ਰਿਹਾ ਹੈ ਕਿ ਪ੍ਰਭੂ ਤੂੰ ਮੇਰੇ ਵੱਲ ਧਿਆਨ ਕਰ, ਮੈਂ ਤੇਰੀ ਹਜ਼ੂਰੀ ਚ ਸਿੱਧ ਹਿਰਦੇ ਨਾਲ ਚੱਲਦਾ ਰਿਹਾ। ਕਿੰਨੀ ਵਧੀਆ ਗੱਲ ਕਿ ਮੈਂ ਤੇਰੀ ਹਜ਼ੂਰੀ ਚ ਸਿੱਧ ਹਿਰਦੇ ਦੇ ਨਾਲ ਚੱਲਦਾ ਰਿਹਾ। ਹੁਣ ਹਿਜਕਿਯਾਹ ਝੂਠ ਨਹੀਂ ਬੋਲ ਰਿਹਾ। ਹਿਜਕਿਯਾਹ ਝੂਠ ਬੋਲ ਰਿਹਾ ਸੀ? ਨਹੀਂ, ਉਹ ਸੱਚਮੁੱਚ ਹੀ ਪਰਮੇਸ਼ਰ ਦੀ ਹਜ਼ੂਰੀ ਚ ਵਧੀਆ ਚੱਲਦਾ ਸੀ। ਉਹ ਉਸ ਸਮੇਂ ਪਰਮੇਸ਼ਰ ਨਾਲ ਗੱਲਾਂ ਕਰ ਰਿਹਾ ਹੈ ਜਦੋਂ ਉਸ ਨੂੰ ਦੱਸ ਦਿੱਤਾ ਗਿਆ ਕਿ ਹੁਣ ਤੇਰੇ ਕੋਲ ਥੋੜਾ ਜਿਹਾ ਸਮਾਂ ਬਚਿਆ। ਜਦੋਂ ਐਸਾ ਸਮਾਂ ਆ ਗਿਆ ਕਿ ਉਹ ਪਰਮੇਸ਼ਰ ਦੀ ਹਜ਼ੂਰੀ ਚ ਝੁਕਿਆ ਤੇ ਉਹ ਝੂਠ ਨਹੀਂ ਬੋਲ ਰਿਹਾ ਸੀ। ਹਾਲੇਲੂਇਆ ਹਾਲੇਲੂਇਆ। ਅਸੀਂ ਉਹਦੀ ਕਿੰਨੀ ਵਧੀਆ ਗਵਾਹੀ ਦੇਖ ਰਹੇ ਹਾਂ, ਕਿੰਨੀ ਉਹਦੀ ਵਧੀਆ ਗਵਾਹੀ ਹੈ ਕਿ ਹਰ ਇੱਕ ਮਨੁੱਖ ਨੂੰ ਉਸੇ ਤਰ੍ਹਾਂ ਹੋਣਾ ਚਾਹੀਦਾ ਹੈ। ਕਬਜ਼ਾ ਵਧੀਆ ਚੱਲਣਾ। ਹਾਲੇਲੂਇਆ। ਜੋ ਪਰਮੇਸ਼ਰ ਦੀ ਹਜ਼ੂਰੀ ਚ ਚੱਲਦਾ ਹੈ, ਇੱਥੋਂ ਤੱਕ ਕਿ ਉਸ ਬੰਦੇ ਦੀ ਮੌਤ ਦੀ ਤਰੀਕ ਵੀ ਮਿੱਥ ਦਿੱਤੀ ਗਈ। ਉਹ ਪਰਮੇਸ਼ਰ ਦੀ ਹਜ਼ੂਰੀ ਚ ਝੁਕਿਆ, ਪਰਮੇਸ਼ਰ ਨੂੰ ਆਪਣਾ ਵਿਚਾਰਾਂ ਨੂੰ ਬਦਲਣਾ ਪਿਆ। ਹਾਲੇਲੂਇਆ। ਕਿਉਂਕਿ ਹਿਜਕਿਯਾਹ ਕੁਝ ਕਰਨਾ ਚਾਹ ਰਿਹਾ ਸੀ। ਹਿਜਕਿਯਾਹ ਨੂੰ ਅਸੀਂ ਦੇਖਦੇ ਹਾਂ ਉਹਨੂੰ ਇੱਕ ਕੈਂਸਰ ਦੀ ਬਿਮਾਰੀ ਸੀ। ਉਹਦਾ ਇੱਕ ਫੋੜਾ ਸੀ ਜਿਹੜਾ ਠੀਕ ਨਹੀਂ ਸੀ ਹੋ ਰਿਹਾ, ਖਤਰਨਾਕ ਫੋੜਾ ਸੀ। ਤੇ ਡਾਕਟਰ ਕਹਿੰਦੇ ਹਨ ਜਦੋਂ ਕੋਈ ਚੀਜ਼ ਖਰਾਬ ਹੋ ਜਾਂਦੀ ਹੈ, ਫੋੜਾ ਖਰਾਬ ਹੋ ਜਾਂਦਾ ਹੈ ਤਾਂ ਉਹ ਬਾਅਦ ਚ ਕੈਂਸਰ ਦਾ ਰੂਪ ਲੈਂਦੀ ਹੈ। ਤੇ ਸਾਡੇ ਦਿਨਾਂ ਦਾ ਨਬੀ ਕਹਿੰਦਾ ਹੈ ਕਿ ਉਹਨੂੰ ਕੈਂਸਰ ਹੀ ਸੀ। ਹਾਲੇਲੂਇਆ। ਉਹਦਾ ਫੋੜਾ ਠੀਕ ਨਹੀਂ ਸੀ ਹੋ ਰਿਹਾ। ਪਰਮੇਸ਼ਰ ਨੇ ਯਸ਼ਾਯਾਹ ਨੂੰ ਭੇਜਿਆ ਤਾਂ ਉਹਨੇ ਕਿਹਾ ਜਾ ਉਸ ਨੂੰ ਕਹਿ ਦੇ ਕਿ ਆਪਣੀ ਜ਼ਿੰਮੇਵਾਰੀ ਤੋਂ ਕੀ ਹੋ ਜਾ, ਪਾਲਕ ਹੋ ਜਾ ਹੁਣ, ਕਿਉਂਕਿ ਤੂੰ ਹੁਣ ਮਰਨ ਵਾਲਾ ਹੈ। ਹਾਲੇਲੂਇਆ। ਕੀ ਕਾਰ ਹੁਣ ਆਪਣੀ ਜ਼ਿੰਮੇਵਾਰੀਆਂ ਤੋਂ ਕੀ ਹੋ, ਪਾਲਕ ਹੋ, ਤੂੰ ਹੁਣ ਕੀ ਮਰਨ ਵਾਲਾ ਹੈ। ਪਰ ਜਦੋਂ ਤੁਸੀਂ ਪਰਮੇਸ਼ਰ ਅੱਗੇ ਬੇਨਤੀ ਰੱਖਦੇ ਹੋ, ਹਾਲੇਲੂਇਆ, ਤਾਂ ਤੁਹਾਡੇ ਕੋਲ ਕੁਝ ਹੋਣਾ ਚਾਹੀਦਾ ਹੈ। ਹਾਲੇਲੂਇਆ। ਇਹ ਬਿਲਕੁਲ ਇਸੇ ਤਰ੍ਹਾਂ ਹੀ ਸੀ ਕਿ ਜਿਵੇਂ ਇੱਕ ਪਹਾੜ ਨੂੰ ਕਹਿਣਾ ਕਿ ਜਾ ਇਸ ਜਗ੍ਹਾ ਤੋਂ ਹਟ ਕੇ ਦੂਸਰੀ ਜਗ੍ਹਾ ਤੇ ਚਲਿਆ ਜਾ, ਬਿਲਕੁਲ ਇਸ ਤਰ੍ਹਾਂ ਹੀ ਸੀ। ਹਾਲੇਲੂਇਆ। ਫਿਰ ਇਸ ਗੱਲ ਤੇ ਵਿਸ਼ਵਾਸ ਕਰਨਾ ਕਿ ਜੋ ਮੈਂ ਕਿਹਾ ਹੈ ਉਹ ਪੂਰਾ ਹੋ ਜਾਵੇਗਾ। ਹਾਲੇਲੂਇਆ। ਉਸ ਗੱਲ ਲਈ ਉਹ ਪੱਕਾ ਸੀ ਕਿ ਮੈਂ ਜਿਹੜੀ ਦੁਆ ਕਰਾਂਗਾ ਤੇ ਇਹ ਜ਼ਰੂਰ ਪੂਰਾ ਹੋਵੇਗਾ। ਹਾਲੇਲੂਇਆ। ਉਸਨੇ ਦੁਆ ਕੀਤੀ, ਪ੍ਰਭੂ ਤੂੰ ਮੇਰੇ ਤੇ ਦਇਆ ਕਰ। ਉਹਨੇ ਕੰਧ ਵੱਲ ਨੂੰ ਮੂੰਹ ਕਰ ਲਿਆ, ਉਹ ਪਰਮੇਸ਼ਰ ਦੀ ਹਜ਼ੂਰੀ ਚ ਝੁਕਿਆ, ਉਹ ਭੁੱਬਾ ਮਾਰ ਕੇ ਰੋ ਰਿਹਾ ਸੀ ਕਿ ਪ੍ਰਭੂ ਤੂੰ ਮੇਰੇ ਜੀਵਨ ਤੇ ਕਿਰਪਾ ਕਰ ਦੇ। ਹਾਲੇਲੂਇਆ। ਅਸੀਂ ਦੇਖਦੇ ਹਾਂ ਪਰਮੇਸ਼ਰ ਨੇ ਯਸ਼ਾਯਾਹ ਨੂੰ ਕਿਹਾ ਜਾ ਕੇ ਹਿਜਕਿਯਾਹ ਨੂੰ ਕਹਿ ਕਿ ਤੇਰੇ 15 ਸਾਲ ਹੋਰ ਵਧਾ ਦੇ। ਹਾਲੇਲੂਇਆ ਹਾਲੇਲੂਇਆ। ਅਸੀਂ ਦੇਖਦੇ ਹਾਂ ਕਿ ਹਿਜਕਿਯਾਹ ਨੂੰ ਪਰਮੇਸ਼ਰ ਨੇ ਚੇਤਾਵਨੀ ਦਿੱਤੀ। ਅੱਜ ਬਿਲਕੁਲ ਸੰਸਾਰ ਨਾਲ ਇਸ ਤਰ੍ਹਾਂ ਹੀ ਹੈ। ਹਾਲੇਲੂਇਆ। ਅੱਜ ਪਰਮੇਸ਼ਰ ਨੂੰ ਮਨੁੱਖਾਂ ਨੂੰ ਚੇਤਾਵਨੀ ਦੇ ਰਿਹਾ ਹੈ। ਹਾਲੇਲੂਇਆ। ਖੁਦਾ ਕਲੀਸਿਆ ਨੂੰ ਚੇਤਾਵਨੀ ਦੇ ਰਿਹਾ ਹੈ, ਪੂਰੇ ਸੰਸਾਰ ਨੂੰ ਉਹ ਚੇਤਾਵਨੀ ਦੇ ਰਿਹਾ ਹੈ। ਹਾਲੇਲੂਇਆ। ਇੱਕ ਖਾਸ ਗੱਲ ਹੈ ਕਿ ਉਸ ਰਾਸ਼ਟਰ ਹਿਜਕਿਯਾਹ ਇੱਕ ਮਹਾਨ ਮਨੁੱਖ ਸੀ। ਉਹ ਰਾਜਾ ਹੈ ਅਤੇ ਖਾਸ ਗੱਲ ਕਿ ਉਹ ਧਰਮੀ ਮਨੁੱਖ ਸੀ। ਹਾਲੇਲੂਇਆ। ਉਹ ਇੱਕ ਸੁਭਾਵੀ ਮਨੁੱਖ ਸੀ ਜੋ ਬੇਨਤੀ ਕਰ ਸਕਦਾ ਸੀ। ਹਾਲੇਲੂਇਆ। ਪਰਮੇਸ਼ਰ ਨੇ ਉਸ ਨੂੰ ਇਸ ਕਾਰਨ ਨਹੀਂ ਝਿੜਕਿਆ। ਉਸਨੇ ਕਿਹਾ ਪ੍ਰਭੂ ਮੈਂ ਤੇਰੇ ਸਨਮੁਖ ਵਧੀਆ ਤਰੀਕੇ ਨਾਲ ਚੱਲਿਆ। ਪਰਮੇਸ਼ਰ ਨੂੰ ਉਸ ਨੂੰ ਇਸ ਲਈ ਨਹੀਂ ਕਿਹਾ
कि तू ऐ नहीं कीता, तू वो नहीं कीता। हालेलुया। बस उसने ऐ किया, मैं तेरे जीवन नू ਵਧਾਉਣ जा रहा। हालेलुया। मैं तेनू होर ज्यादा उम्र देन जा रहा। हालेलुया। क्यों ये सारे काम हो रहे सी? क्योंकि एक धर्मी मनुष्य सी, परमेश्वर को डर रहा सी, परमेश्वर की हजूरी च जिन्ना चिर चलिया वो वफादार सी। हालेलुया। वो एक सच्चा मसीह दा दास सी। हालेलुया। सानू भी आज जीवन मंगन का अधिकार है। आज सानू भी अपने परिवार की सलामती मंगन का अधिकार है। आज सानू भी अपने बच्चों का छुटकारा मंगन का अधिकार है। हालेलुया। पर जे साडा उद्देश्य ठीक है ता हालेलुया। पर जे साडा उद्देश्य गलत है, जे साडा जीवन गलत है, तो फिर असि अपने बच्चों का छुटकारा भी नहीं मांग सकते। हालेलुया। फिर किने हयाब होवेगा कि जे असि अपने आप च कमियां रखते हां, ताकि रखिए फिर परमेश्वर ਨੂੰ आके कि प्रभु तू ऐ कर दे, तो कदे भी नहीं करेगा। हालेलुया। ਇਹਦਾ ਮਤਲਬ ਕੀ ਹੈ? परमेश्वर ਦੇ ਸਾਹਮਣੇ ਸਾਡਾ ਹਯਾਬ ਕਿਦੋਂ ਬਣਦਾ ਹੈ? ਜਦੋਂ ਅਸੀਂ परमेश्वर ਦੀ ਪਵਿੱਤਰ ਹਜ਼ੂਰੀ 'ਚ ਖੜੇ ਹੁੰਦੇ ਹਾਂ, ਜਦੋਂ ਅਸੀਂ ਬਿਲਕੁਲ ਠੀਕ ਹਾਂ, ਜਦੋਂ ਅਸੀਂ ਵਫਾਦਾਰੀ ਦੇ ਨਾਲ ਚੱਲਦੇ ਹਾਂ। यही काम तो हिजकिया कर रहा सी। उसने जीवन पर वफादारी दे नाल चलिया, ईमानदारी दे नाल चलिया। वो एक धर्मी मनुष्य सी, परमेश्वर दा सच्चा दास सी। हालेलुया। पूरी ईमानदारी नाल चल रहा सी, जिवें परमेश्वर चाहता सी। उन्हें पता ही परमेश्वर की मनसा की है, परमेश्वर मेरे जीवन च चाल की रहा है। जिस तरह ही वो उससे हिसाब नाल काम कर रहा सी। हालेलुया। पर जब असि भी करते हैं तो फिर असि अपने बच्चों का छुटकारा मांगते हैं, क्योंकि असि काम कर रहे होते हैं, साड़ी जीवन च वफादारी होती है। फिर असि कहते हैं प्रभु तू मेरे बच्चों का छुटकारा कर, प्रभु तू मेरी पत्नी का छुटकारा कर दे, प्रभु उस भैन का छुटकारा कर दे, तुसी कह सकते हो उस भाई का छुटकारा कर दे। हालेलुया। पर जो भी तुसी मांगते हो, परमेश्वर नू उस बंदे नू ठीक करना पैंदा है। उसनू ओ भाਵੇਂ जिन्ना मर्जी बीमार होवे, चाहे जो मर्जी मुश्किल होवे, चाहे जिन्नी मर्जी टेंशन होवे, परमेश्वर उस मुश्किल नू ठीक करदा है, क्योंकि ਤੁਹਾਡਾ संबंध परमेश्वर दे नाल ठीक है। हालेलुया। आज जरूर है कि परमेश्वर की दे रहा है, चेतावनी दे रहा है। ते न्याय तो पहला वो चेतावनी दिंदा है कि ਜਦੋਂ ਅਸੀਂ ਆਪਣੇ ਕੰਮਾਂ ਨੂੰ ਠੀਕ ਕਰਦੇ ਹਾਂ, ਫਿਰ परमेश्वर ਸਾਡੇ ਨਾਲ ਗੱਲਾਂ ਕਰਦਾ है। हालेलुया। हालेलुया। एक परमेश्वर उदों तक काम नहीं कर रहा है कि जदों तक साडे जीवन च कमियां हैं, साडे जीवन च घाटे हैं, असली असली काम नूं छड़ चुके हैं। जो परमेश्वर चाह रहा सी उस काम नूं बंद कर दिता है, तो बस रुके दे हां। हालेलुया। बस हम कुछ कर नहीं रहे हाँ, तो बस एक फॉर्मेलिटी करी जा रहे हैं। बस आके ऐतवार मिल लिया, एक दूजे दे नाल हाल चाल पूछ लिया, ते वे एजेंसी कर ली, गले लगे तो मुड़ के घर चले गए। बस इन्ना के काम नहीं। हालेलुया। साडी एक जिम्मेवारी है कि परमेश्वर ने सानू मसीह बनाया है। मसीह बनना इन्नी की जिम्मेवारी नहीं है। हालेलुया। साडी एक जिम्मेवारी है कि ਅਸੀਂ ਕਿਵੇਂ ਮਸੀਹ ਦੇ ਨਾਲ ਵਫਾਦਾਰੀ ਦੇ ਨਾਲ ਚੱਲਣਾ। ਆਮੀਨ। हालेलुया। जब तुम चलते जा रहे हो किसी इस सोच तो परे हो के, हालेलुया, कि मैनू की मिलेगा या ना मिलेगा। हालेलुया। को कुछ मिले या ना मिले, मैं तो प्रभु दे विच आनंद है, मैं तो खुश हां। चाहे मैनू बीमारी मिलती है, प्रभु तेरा धन्यवाद। चाहे मैनू गरीबी मिलती है, प्रभु तेरा धन्यवाद। चाहे मैनू जेड़ी मर्जी चीज मिल जाए, प्रभु तेरा धन्यवाद। जब तुम वफादारी के नाल उस काम करी जा रहे हो, जदों तुम चल रहे हो, फिर परमेश्वर के नाल तुहाडे संबंध ठीक है। आमीन। हालेलुया। फिर तुम छुटकारा मांग सकते, फिर बच्चों का छुटकारा मांगो, अपने पत्नी का छुटकारा मांगो, अपने रिश्तेदारों का छुटकारा मांगो। जिवें ओ भैन जेड़ी वेश्या सी, वो अपने बच्चों का छुटकारा मांग रही थी। वो कह रही थी मैनू पक्का भरोसा चाहिए है, पक्का प्रमाण चाहिए है, पक्का निशान चाहिए है। हालेलुया। कि जदों तुसी इस देश ते कब्जा करो, तो मैं ते मेरा परिवार बच जाए। हालेलुया। साडे को भी तो पक्का भरोसा होवे।
ਹਾਲੇਲੂਇਆ। ਤੇ ਇਹ ਸਾਰਾ ਕੁਝ ਤਾਂ ਹੀ ਹੋਵੇਗਾ ਜਦੋਂ ਅਸੀਂ ਵਫਾਦਾਰੀ ਦੇ ਨਾਲ ਚੱਲਾਂਗੇ। ਆਮੀਨ। ਇਮਾਨਦਾਰ ਬਣੋ, ਜੋ ਪ੍ਰਭੂ ਨੇ ਕੰਮ ਦਿੱਤਾ ਉਸ ਕੰਮ ਦੇ ਲਈ ਇਮਾਨਦਾਰ ਬਣੋ। ਜੇ ਤੁਸੀਂ ਵਫਾਦਾਰੀ ਦੇ ਨਾਲ ਇਮਾਨਦਾਰੀ ਦੇ ਨਾਲ ਕੰਮ ਕਰੋਗੇ ਪਰਮੇਸ਼ਰ ਤੁਹਾਨੂੰ ਬਰਕਤ ਦੇਵੇਗਾ। ਆਮੀਨ। ਹਾਲੇਲੂਇਆ। ਮੇਰੇ ਖਿਆਲ ਬਹੁਤ ਹੈ ਨੇ ਪ੍ਰਭੂ ਬਰਕਤ ਦੇ। ਜ਼ਰੂਰ ਇਹਨਾਂ ਗੱਲਾਂ ਦੇ ਉੱਤੇ ਮਨਨ ਕਰੋ। ਆਮੀਨ। ਹਾਲੇਲੂਇਆ। ਜੇ ਤੁਸੀਂ ਮਨਨ ਕਰੋਗੇ ਪਰਮੇਸ਼ਰ ਤੁਹਾਨੂੰ ਉੱਚਾ ਚੁੱਕੇਗਾ। ਆਮੀਨ। ਹਾਲੇਲੂਇਆ। ਫਿਰ ਤੁਹਾਨੂੰ ਕਿਸੇ ਨਾਲ ਅੱਖਾਂ ਮਿਲਾਉਣ ਲੱਗੇ ਸ਼ਰਮ ਨਹੀਂ ਆਵੇਗੀ। ਆਮੀਨ। ਹਾਲੇਲੂਇਆ। ਤੁਸੀਂ ਪਰਮੇਸ਼ਰ ਦੇ ਨਾਲ ਅੱਖਾਂ ਮਿਲਾਉਣ ਲੱਗੇ ਸ਼ਰਮਾਓਗੇ ਨਹੀਂ। ਆਮੀਨ। ਹਾਲੇਲੂਇਆ। ਸ਼ਰਮ ਨਹੀਂ ਆਵੇਗੀ। ਕਿਸੇ ਪੈਰ ਦੇ ਨਾਲ ਕਿਸੇ ਭਾਈ ਦੇ ਨਾਲ ਅੱਖਾਂ ਮਿਲਾਉਣ ਲੱਗੇ ਸ਼ਰਮ ਨਹੀਂ ਆਵੇਗੀ। ਆਮੀਨ। ਹਾਲੇਲੂਇਆ। ਪਰ ਜੇ ਸਾਡੇ ਅੰਦਰ ਪਾਪ ਹੈ ਫਿਰ ਤੁਹਾਡੀ ਅੱਖਾਂ ਨਹੀਂ ਆਵੇਗੀ। ਹਾਲੇਲੂਇਆ। तो तुम बहुत सारी बरकत दे, बहुत सारी आशीष दे। कई जाने में देखा है हालेलुया तो मुंह च कोई चीज पा दे खुशबू ना बाहर जावे। सच है की ना जावे, बदबू ना बाहर जावे। बदबू अपनी बदबू अपने वालों तो खुशबू ही बाहर आवे। बदबू बाहर ना जावे, खुशबू आवे। खुशबू जावे जाने के जो कुछ पाना ਉਹਦੇ खुशबू ਲੋਕਾਂ ਤੱਕ ਜਾਵੇ। ਹਾਲੇਲੂਇਆ। ਕੋਈ ਐਸੀ ਚੀਜ਼ ਮੂੰਹ 'ਚ ਪਾ ਲੈਂਦੇ ਹਨ ਕਿ ਜਿਹਦੇ ਨਾਲ ਜਿਹੜੀ ਉਹਨਾਂ ਦੀ ਬਦਬੂ ਹੈ ਉਹ ਨਾ ਜਾਏ, ਜਿਹੜੀ ਖੁਸ਼ਬੂ ਜਾਵੇ। ਇਸ ਤਰ੍ਹਾਂ ਹੀ ਹੈ। ਹਾਲੇਲੂਇਆ। ਪਰ ਇਹ ਤੁਸੀਂ ਬਚ ਰਹੇ ਬਚਣ ਦੀ ਕੋਸ਼ਿਸ਼ ਕਰ ਰਹੇ ਪਰ ਐਜਾ ਪਿਆਰ ਬਣਾਓ ਕਿ ਤੁਹਾਨੂੰ ਇਹ ਕੰਮ ਕਰਨੇ ਨਾ ਪੈ। ਹਾਲੇਲੂਇਆ। ਤੁਸੀਂ ਆਪਣੇ ਪਿਆਰ ਦੇ ਨਾਲ ਮਿਲੋ ਤਾਂ ਜਦੋਂ ਤੁਹਾਨੂੰ ਦੇਖੇ तो आके सामने ਉਹ ਸੱਚਮੁੱਚ ਹੀ ਵਫਾਦਾਰ ਹੈ। ਹਾਲੇਲੂਇਆ। ਤੁਸੀਂ ਕਿਸੇ ਭਾਈ ਦੇ ਨਾਲ ਮਿਲੋ ਤਾਂ ਤੁਹਾਨੂੰ ਪਤਾ ਉਹਨੂੰ ਪਤਾ ਲੱਗੇ ਨਹੀਂ ਇਹ ਮਸੀਹ ਹੈ ਕਰ ਹੀ ਨਹੀਂ ਸਕਦਾ। ਹਾਲੇਲੂਇਆ। ਹਾਲੇਲੂਇਆ। ਮੈਂ ਦੇਖਿਆ ਇਹਨਾਂ ਗੱਲਾਂ ਤਾਂ ਮੈਂ ਨੋਟ ਕਰਦਾ ਹਾਂ ਕਿ ਕਿਵੇਂ ਲੋਕ ਆਪਣੇ ਆਪ ਨੂੰ ਲੁਕਾਉਂਦੇ ਹਨ। ਅੱਜਕੱਲ ਮਾਸਕ ਪਾ ਲੈਂਦੇ ਕੁਝ ਕਰਨ ਤੋਂ ਬਾਅਦ ਇੱਕ ਹੋਰ ਤਰੀਕਾ ਵੀ ਕਿਹਾ। ਹਾਂ ਅੱਜਕੱਲ ਮਾਸਕ ਪਾ ਲੈਂਦੇ ਲੋਕ ਜਾਂਦੇ ਹਨ। ਹਾਲੇਲੂਇਆ। ਤਕਰੀਬਨ ਇਹ ਸਾਰੇ ਤਰੀਕੇ ਹਨ ਜਿਹੜਾ ਮਨੁੱਖ ਅਪਣਾ ਲਿਆ। ਸੱਚ ਹੈ। ਪਰਮੇਸ਼ਰ ਦੇ ਨਾਲ ਖਿਲਵਾੜ ਨਾ ਕਰੋ, ਭੈਣ ਭਰਾਵਾਂ ਦੇ ਨਾਲ ਦੂਸਰਿਆਂ ਦੇ ਨਾਲ ਖਿਲਵਾੜ ਨਾ ਕਰੋ। ਸੱਚ ਹੈ। ਪ੍ਰਭੂ ਨੇ ਤੁਹਾਨੂੰ ਜੀਵਨ ਦਿੱਤਾ ਹੈ, ਉਸ ਜੀਵਨ ਨੂੰ ਸੰਭਾਲੋ। ਇਹ ਬਹੁਮੁੱਲੇ ਜੀਵਨ ਹੈ। ਜੇ ਜੀਵਨ ਹੱਥੋਂ ਲੰਘ ਗਿਆ ਤਾਂ ਫਿਰ ਤੁਹਾਡੇ ਹੱਥ 'ਚ ਕੁਝ ਨਹੀਂ ਆਉਣਾ। ਪ੍ਰਭੂ ਤੁਹਾਨੂੰ ਬਹੁਤ ਸਾਰੀ ਬਰਕਤ ਦੇ। ਨਿਆਂ ਤੋਂ ਪਹਿਲਾਂ ਪਰਮੇਸ਼ਰ ਚੇਤਾਵਨੀ सब प्रार्थना में हाथ छोड़ आखिर में प्रभु मेरे जीवन में महान परमेश्वर को दिया बहुत दिया मेरे जीवन में दिया महान परमेश्वर कृपा कर मेरे प्यार प्राप्त दिया कर प्रभु सदा मुताबिक में चल कुछ गल्ला सा कुछ विचार करते प्राप्त कितने जाने जरूरी सी महान परमेश्वर की दुआ करता हूं अपने बच्चे बरकत दी अच्छी तरह से